ਨੈਕਸਟ ਆਰਟੀਕਲ ਜੋ ਹੈਗਾ ਉਹ ਇਲੈਕਟ੍ਰਿਕ ਫੀਲਡ ਲਾਈਨ ਦੇ ਉੱਪਰ ਬੇਸਡ ਹੈਗਾ। ਜੋ ਇਲੈਕਟ੍ਰਿਕ ਫੀਲਡ ਲਾਈਨ ਵਾਲਾ ਆਰਟੀਕਲ ਹੈਗਾ ਇਹ ਤੁਸੀਂ ਮੰਨ ਕੇ ਚਲੋ ਕੋਈ ਥਿਓਰੈਟੀਕਲ ਆਰਟੀਕਲ ਹੈ, ਡੈਰੀਵੇਸ਼ਨ ਵਗੈरह ਤਾਂ ਇਹਦੇ ਵਿੱਚ ਹੈ ਨਹੀਂ, ਬਟ ਇਹ ਬੋਰਡ ਐਗਜ਼ਾਮ ਦੇ ਪੁਆਇੰਟ ਆਫ ਵਿਊ ਨਾਲ ਤਾਂ ਇੰਪੋਰਟੈਂਟ ਹੈ, ਬਟ ਕੰਪੀਟੀਸ਼ਨ ਦੇ ਪੁਆਇੰਟ ਆਫ ਵਿਊ ਨਾਲ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਇਹਦੇ ਵਿੱਚ ਬਹੁਤ ਸਾਰੇ ਕੁਐਸਚਨਸ ਆ ਜਾਂਦੇ ਆ ਥਿਓਰੈਟੀਕਲ। ਹੁਣ ਆਪਾਂ ਦੇਖਦੇ ਹਾਂ ਇਲੈਕਟ੍ਰਿਕ ਫੀਲਡ ਲਾਈਨਸ ਹੁੰਦਾ ਕੀ ਹੈ। ਇਲੈਕਟ੍ਰਿਕ ਫੀਲਡ ਲਾਈਨਸ ਜੋ ਹੈ ਇਹਦੀ ਜ਼ਰੂਰਤ ਕਿਉਂ ਪਈ। ਹੁਣ ਦੇਖੋ ਪਹਿਲਾਂ ਮੈਂ ਤੁਹਾਨੂੰ ਸਮਝਾਉਣਾ ਇਲੈਕਟ੍ਰਿਕ ਫੀਲਡ ਲਾਈਨਸ ਬਾਰੇ। ਹੁਣ ਦੇਖੋ ਜਿਵੇਂ ਆਪਾਂ ਕਹਿੰਦੇ ਸੀ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਦਾ ਫਾਰਮੂਲਾ ਇਹ ਵਾਲਾ ਕੀਤਾ ਸੀ ਨਾ ਆਪਾਂ, E is equal to K Q R square। ਹੁਣ ਤੁਹਾਨੂੰ ਪਤਾ ਸੀ ਜਿਵੇਂ ਜਿਵੇਂ ਆਪਾਂ ਕਿਸੇ ਚਾਰਜ ਤੋਂ ਦੂਰ ਹੁੰਦੇ ਜਾਵਾਂਗੇ ਤਾਂ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਕੀ ਹੁੰਦੀ ਜਾਊਗੀ, ਘਟਦੀ ਜਾਊਗੀ, ਨੇੜੇ ਆਵਾਂਗੇ ਤਾਂ ਜ਼ਿਆਦਾ ਹੁੰਦੀ ਜਾਊਗੀ। ਜਿਵੇਂ ਚਾਰਜ ਹੈ ਹਰ ਜਗ੍ਹਾ ਹਰ ਸਪੇਸ ਦੇ ਵਿੱਚ ਹਰ ਜਗ੍ਹਾ ਤੇ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਦੀ ਵੈਲਿਊ ਕੀ ਹੋਊਗੀ, ਡਿਫਰੈਂਟ ਹੋਊਗੀ। ਹੁਣ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਹੈ ਜਿਹੜੀ ਉਹ ਦਿਖਤਾ ਰਹੀ ਨਹੀਂ ਗੀ ਆਪਾਂ ਨੂੰ ਕਿਤੇ ਵੀ, ਬਟ ਜਦੋਂ ਆਪਾਂ ਉਸ ਨੂੰ ਸਮਝਾਉਣਾ ਹੈ ਉਸਦੀ ਪਿਕਟੋਰੀਅਲ ਰਿਪਰੈਜ਼ੈਂਟੇਸ਼ਨ ਕਰਨੀ ਹੈ ਤਾਂ ਆਪਾਂ ਨੂੰ ਕੋਈ ਨਾ ਕੋਈ ਮੈਥਡ ਦੀ ਤਾਂ ਜ਼ਰੂਰਤ ਪੈਣੀ ਸੀਗੀ। ਜਿਵੇਂ ਮੰਨ ਲਓ ਇਸ ਜਗ੍ਹਾ ਤੇ ਚਾਰਜ ਹੈ, ਇਸ ਜਗ੍ਹਾ ਤੇ ਮੈਂ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਕਿਸੇ ਵੀ ਮੈਥਡ ਨਾਲ ਸ਼ੋ ਕਰਨੀ ਹੈ ਕਿ ਇੱਥੇ ਜ਼ਿਆਦਾ ਹੈ, ਇੱਥੇ ਘੱਟ ਹੈ, ਇੱਧਰ यूनिफॉर्म है इत्थे ते इधर इलैक्ट्रिक फील्ड इंटेंसिटी वैल्यू सेम है, इधर डिफरेंट है। मतलब कि बहुत जगह ते मैं इलैक्ट्रिक फील्ड इंटेंसिटी नू रिप्रेजेंट करना सीगा जिवें थ्योरेटिकली आपां बोर्ड ते लिखना, कॉपी ते लिखना, ठीक है, बट वो दिखता रही नहीं सी। फिर आपां की कर रहे सी वो इलैक्ट्रिक फील्ड इंटेंसिटी दी आपां पिक्टोरियल रिप्रेजेंटेशन लई इलैक्ट्रिक फील्ड लाइनस ड्रॉ करनियां शुरू कीतियां, ठीक है। इलैक्ट्रिक फील्ड लाइनस जेहड़ियां हैगियां एक चीज याद रखियो, ये एक इमेजिनरी लाइन्स होंदियां, इमेजिनरी लाइन्स, ठीक है। ते एदा एम की हैगा, ये हुंदा फॉर पिक्टोरियल, मतलब पिक्चर्स दे विच रिप्रेजेंटेशन करना किसी, फॉर पिक्टोरियल रिप्रेजेंटेशन ऑफ इलेक्ट्रिक फील्ड इंटेंसिटी, ठीक है, ਜਾਂ इलैक्ट्रिक फील्ड इंटेंसिटी कह सकते हो, ਜਾਂ किसी भी चार्ज के ਜਿਹੜੇ इलैक्ट्रोस्टैटिक वाले इफेक्ट होंगे है, ठीक है, ਉਹਨਾਂ ਲਈ ਹੁੰਦਾ। इमेजिनरी लाइन्स ਹੁੰਦੀਆਂ, ਇਹ ਹੈ ਕਿ इलैक्ट्रिक फील्ड लाइन्स है कि एक्चुअल ਦੇ ਵਿੱਚ ਉਹਨਾਂ ਨੇ ਕੀ ਕਿਹਾ, ਇਹ ਕਹਿੰਦੇ ਕਿ ਕਿਸੇ ਵੀ ਜਗ੍ਹਾ ਤੇ ਜੇ ਮੰਨ ਲਓ ਆਪਣੇ ਰੂਮ ਦੇ ਵਿੱਚ ਕਿਸੇ ਜਗ੍ਹਾ ਤੇ ਸੋਰਸ ਚਾਰਜ ਕੋਈ ਵੀ ਚਾਰਜ ਪਿਆ, ਠੀਕ ਹੈ। ਹੁਣ ਆਪਾਂ ਕੀ ਕਰਾਂਗੇ, ਕਿਸੇ ਵੀ ਪੁਆਇੰਟ ਤੇ ਜਾ ਕੇ ਇੱਕ ਟੈਸਟ ਚਾਰਜ ਰੱਖ ਦੇਵਾਂਗੇ। ਟੈਸਟ ਚਾਰਜ ਜਿਸ ਪਾਥ ਦੇ ਅਲੋਂਗ ਜਾਏਗਾ, ਠੀਕ ਹੈ, ਜਿਸ ਪਾਥ ਦੇ ਅਲੋਂਗ ਮੂਵ ਕਰੇਗਾ ਉਹਨੂੰ ਆਪਾਂ ਇਲੈਕਟ੍ਰਿਕ ਫੀਲਡ ਲਾਈਨ ਕਹਾਂਗੇ। ਨਹੀਂ ਸਮਝ ਆਇਆ? ਹੁਣ ਇੱਧਰ ਦੇਖੋ ਧਿਆਨ, ਸਪੋਜ਼ ਮੈਂ ਇੱਧਰ ਇੱਕ ਚਾਰਜ ਰੱਖ ਦਿੰਦਾ, ठीक है। ये चार्ज जो है इसनों ਆਪਾਂ सोर्स चार्ज कह ਦਿੰਦੇ हैं। ਆਪਾਂ सोर्स चार्ज ਦੇ ਨਜ਼ਦੀਕ ਆਪਾਂ ਕੀ ਕਰਦੇ हैं, एक टेस्ट चार्ज रख ਦਿੰਦੇ हैं Q0 टेस्ट चार्ज, ठीक है। इस सोर्स चार्ज ने की करना, इस टेस्ट चार्ज ਨੂੰ ਕੀ ਕਰ ਦੇਣਾ, रिपेल कर देना। जे मैं बिल्कुल टेस्ट चार्ज ਨੂੰ बिल्कुल सोर्स चार्ज ਦੇ ਨਜ਼ਦੀਕ ਰੱਖਦਾ, ਇੱਧਰ ਰੱਖਦਾ, ਤਾਂ इसने इस पाथ ਦੇ ਅਲੋਂਗ ਕੀ ਕਰ ਦੇਣਾ ਸੀ, ਇਸ ਨੂੰ ਰਿਪੈਲ ਕਰ ਦੇਣਾ ਸੀਗਾ। ਹੁਣ ਜਿਸ ਪਾਥ ਦੇ ਅਲੋਂਗ ਟੈਸਟ ਚਾਰਜ ਮੂਵ ਕਰ ਰਿਹਾ ਆਪਾਂ ਕੀ ਕਵਾਂਗੇ, ਇਹਨੂੰ ਕਹਿੰਦੇ ਆ ਇਲੈਕਟ੍ਰਿਕ ਫੀਲਡ ਲਾਈਨ। ਹੁਣ ਜੇ ਮੰਨ ਲਓ ਟੈਸਟ ਚਾਰਜ ਮੈਂ ਇੱਧਰ ਰੱਖਦਾ ਤਾਂ ਪੋਜ਼ਿਟਿਵ ਨੇ ਇੱਧਰ ਰਿਪੈਲ ਕਰਨਾ ਸੀਗਾ, ਪੋਜ਼ਿਟਿਵ, ਅਗਰ ਇਹ ਪੋਜ਼ਿਟਿਵ ਚਾਰਜ ਹੁੰਦਾ ਤਾਂ ਇੱਧਰ ਹੁੰਦਾ, ਤਾਂ ਇੱਥੇ ਜੇ ਮੈਂ ਇੱਧਰ ਰੱਖਦਾ ਤਾਂ ਇੱਧਰ ਇਸ ਤਰ੍ਹਾਂ। ਇਹਨਾਂ ਨੂੰ ਕਹਿੰਦੇ ਆ ਇਲੈਕਟ੍ਰਿਕ ਫੀਲਡ ਲਾਈਨਸ। इलैक्ट्रिक फील्ड लाइन्स फिर की हो गया, ये तुहानू दस देना, पाथ ट्रैवल्ड बाय टेस्ट चार्ज। टेस्ट चार्ज की होना चाहिए पॉजिटिव, पाथ ट्रैवल्ड बाय टेस्ट चार्ज व्हेन प्लेस्ड in electric field of source charge। जब आप सोर्स चार्ज की इलैक्ट्रिक फील्ड ਦੇ ਵਿੱਚ ਰੱਖਦੇ ਹਾਂ, ਟੈਸਟ ਚਾਰਜ ਜਿਸ ਪਾਥ ਦੇ ਅਲੋਂਗ ਜਾ ਰਿਹਾ ਹੈ
उसनों आपां की कह दिंदे हैं इलैक्ट्रिक फील्ड लाइनस। ठीक है, इलैक्ट्रिक फील्ड लाइनस एक इमेजिनरी लाइनस ने, ये जस्ट पिक्टोरियल रिप्रेजेंटेशन हैगी इलैक्ट्रिक फील्ड इंटेंसिटी दी। ਇਹਦੀਆਂ कुछ प्रॉपर्टीज है हौली मैं अगे दसदा जाऊंगा। ਹੁਣ ਜਿਵੇਂ फॉर एग्जांपल मैं ਤੁਹਾਨੂੰ कह देवां पॉजिटिव चार्ज, ठीक है, पॉजिटिव चार्ज इसलिए इलैक्ट्रिक फील्ड लाइंस शो करो। इलैक्ट्रिक फील्ड लाइंस पॉजिटिव ने किसी भी जगह पे चार्ज रखूंगा, पॉजिटिव ने टेस्ट चार्ज ਨੂੰ ਕੀ ਕਰਨਾ पहले ਇਹਦਾ ਨਾਲ टेस्ट चार्ज ਇਸ ਤੋਂ ਕੀ ਜਾਊਗਾ, ਜੇ मैं इस जगह पे रखूंगा, देखो इस जगह पे रखूंगा तो इधर चला जाऊगा, इधर रखूंगा इधर चला जाऊगा, इधर रखूं इधर चला जाऊगा, इधर रखूं इधर चला जाऊगा, मतलब स्ट्रेट मूव होएगा बट किधर मूव होएगा अवे। तो ਇਹਦਾ मतलब पॉजिटिव चार्ज ਦੀਆਂ इलैक्ट्रिक फील्ड लाइंस ਆਪਾਂ ਕੀ ਬਣਾਵਾਂਗੇ, आउटवर्ड्स बनावांगे, आउटवर्ड्स। ठीक है, एंड ये ਜਿਹੜੀਆਂ इलैक्ट्रिक फील्ड लाइंस हैगियां ये अलोंग द रेडियस, अगर तो पॉइंट चार्ज है फिर तो कोई प्रॉब्लम नहीं, अगर पॉइंट चार्ज नहीं हैगा तो उसदे मैं प्रॉपर्टीज ਦੇ ਵਿੱਚ ਕਰਾਂਗਾ ਤਾਂ ਉਸ ਉਹ ਜਿਹੜੀਆਂ ਲਾਈਨਸ ਹੈਗੀਆਂ ਉਹ ਅਲਟੀਮੇਟਲੀ ਜਾ ਕੇ ਉਸਦੇ ਸੈਂਟਰ ਵੱਲ पॉइंट करना चाहिए है, मतलब इस तरह होना चाहिए जिवें सेंटर तो आ रही हैं, बट आप बनानी सरफेस तो है, बट आप कह रहे हैं कि मतलब या तुम इस तरह कह सकते हो पॉजिटिव चार्ज की जो इलैक्ट्रिक फील्ड लाइंस ने ये की होनी चाहिए रेडियली आउटवर्ड्स, मतलब अलोंग द रेडियस बाहर नूं जानियां चाहिए। अगर मैं इसके पॉजिटिव चार्ज की बजाय एक नैगेटिव चार्ज रख देवां, नैगेटिव चार्ज, तो नैगेटिव चार्ज ने की करना किसी भी जगह पे जेड़ा भी टेस्ट चार्ज रखोगे तुसी उसमें इन्हें की कर लेना आपदे वाल अट्रैक्ट, मतलब उसका जेड़ा पाथ होएगा जिस पाथ दे अलोंग चार्ज मूव कर रहे हैं वो इलैक्ट्रिक फील्ड लाइन कहने हैं। तो इलैक्ट्रिक फील्ड लाइन इधर आ गई, जे इधर रखोगे इधर आ गई, जे इधर रखोगे तो इस डायरेक्शन दे विच आ गई, तो इधर रखोगे इस डायरेक्शन दे विच आ गई, सरफेस ते जाके टर्मिनेट हो रही है, बट ये इन्हां दी जेहड़ी डायरेक्शन है वो टूवर्ड्स द सेंटर होनी चाहिए है। मतलब नेगेटिव चार्ज लई ये की होनी चाहिए रेडियली इनवर्ड्स होना चाहिए। ठीक है, इलैक्ट्रिक फील्ड लाइन बारे तो आपको पता तो चल गया की होंदियां है इलैक्ट्रिक फील्ड लाइन इमेजिनरी लाइन्स होंदियां। हुण इसदियां कुछ प्रॉपर्टीज ने, इलैक्ट्रिक फील्ड लाइन किस तरह ड्रॉ करनी है, इलैक्ट्रिक फील्ड इंटेंसिटी नूं किवें रिप्रेजेंट करनी है, इसके कुछ रूल्स ने वो आप आगे जाके देखते हैं, तुसीं इसनूं नोट करो। हाँ जी, आपां हुण इलैक्ट्रिक फील्ड लाइन्स दियां ना कुछ प्रॉपर्टीज करते हैं। चलो उस तो पहला मैं तुहानूं पुछां, मान लो अपने रूम दे विच कोई चार्ज हैगा बट मैनू नहीं पता कित्थे, किसी जगह दे पिछे पिया होगा, सपोज किसी बैड दे पिछे होवे जां किसी पर्दे दे पिछे होवे। ठीक है, हुण तुहानूं मैं दस्सां कि उसकी इलैक्ट्रिक फील्ड लाइन ड्रॉ करो, किस तरह करोगे तुसीं? की कुछ नहीं, तुसीं सिंपल एक टेस्ट चार्ज रख देवोगे आपदे रूम दे विच, स्मॉल टेस्ट चार्ज जिस पाथ दे अलोंग जाएगा उधर आप एक लाइन ड्रॉ कर देंगे, उसको आप कहांगे इलैक्ट्रिक फील्ड लाइन। हाँ, आपको चार्ज का तो पता चल जूगा बट आपको ये नहीं पता चलूगा कि उधर पॉजिटिव चार्ज हैगा कि नैगेटिव चार्ज। जिवें सपोज मैं तुहानूं एग्जांपल दे देना, चलो इधर एक चार्ज, मेरे को एक चार्ज हैगा जां तो इस साइड ते किसी बैक ते हैगा किते छुपया होया चार्ज, जां इस साइड ते। ठीक है, दोनों साइड ते किते ना किते चार्ज है, मैनूं नहीं पता। पहली गल मैं पता कि मैं करूंगा चार्ज है, मैं एक टेस्ट चार्ज रखूंगा, पॉजिटिव टेस्ट चार्ज, वो मूव होएगा तो आप ये कह देंगे कि टेस्ट चार्ज तो मूव हो रहा है, तो पक्का इधर कोई ना कोई सोर्स चार्ज हैगा तो जिसकी आप इलैक्ट्रिक फील्ड लाइन ड्रॉ कर दी। बट उस टेस्ट चार्ज की मूवमेंट तो आपको इधर ये नहीं पता चलूगा कि इधर पॉजिटिव चार्ज है कि नैगेटिव। हम देखो टेस्ट चार्ज इधर जा रहा है तो यह मतलब यह है कि इस साइड से की होना चाहिए फिर पॉजिटिव चार्ज, पॉजिटिव ने इन्हू रिपेल किया तो इधर जाऊगा। हाँ जो इधर पॉजिटिव नहीं होना तो इस साइड से किहड़ा चार्ज हो जाना चाहिए सीगा फिर नैगेटिव सोर्स चार्ज, उन्हें इधर अट्रैक्ट कर लेना सी। कहने का मतलब अगर आप किसी रूम के पता करना इलैक्ट्रिक फील्ड हैगी है कि नहीं हैगी, इलैक्ट्रिक फील्ड इंटेंसिटी, आप उधर एक टेस्ट चार्ज रखांगे, टेस्ट चार्ज अगर मूव हो गया तो आप कहांगे उधर इलैक्ट्रिक फील्ड इंटेंसिटी हैगी है। हुण आप कुछ प्रॉपर्टीज करते हैं इलैक्ट्रिक फील्ड लाइन दी। सब तो पहली प्रॉपर्टी जिहड़ी हैगी इलैक्ट्रिक फील्ड लाइन की यह हैगी कि जिहड़ियां इलैक्ट्रिक फील्ड लाइन्स ने पॉजिटिव चार्ज तो ओरिजिनेट होंदियां ते नैगेटिव चार्ज दे विच टर्मिनेट हो जांदियां। जिवें इधर देखो आपां हुणे कीता सी, अगर पॉजिटिव चार्ज होया कोई भी, ठीक है, ये एक पॉजिटिव चार्ज है, हाँ देखो ये एक पॉजिटिव चार्ज है, तो इस तो इलैक्ट्रिक फील्ड लाइन किधर जाणगियां
ਬਾਹਰ ਵੱਲ ਜਾਣਗੀਆਂ, ਇੱਧਰ ਦੇਖੋ। ਠੀਕ ਹੈ, ਇਹਦਾ ਮਤਲਬ ਇਲੈਕਟ੍ਰਿਕ ਫੀਲਡ ਲਾਈਨਸ ਮੈਂ ਹੁਣੇ ਲਾਸਟ ਦੇ ਵਿੱਚ ਵੀ ਦੱਸ ਚੁੱਕਿਆ, ਇਲੈਕਟ੍ਰਿਕ ਫੀਲਡ ਲਾਈਨਸ ਕੀ ਹੁੰਦੀਆਂ ਹੈਗੀਆਂ, ਪੋਜ਼ਿਟਿਵ ਚਾਰਜ ਤੋਂ ਓਰੀਜਿਨੇਟ ਹੁੰਦੀਆਂ। ਅਗਰ ਕੋਈ ਨੈਗੇਟਿਵ ਚਾਰਜ ਹੋਇਆ ਤਾਂ ਇਲੈਕਟ੍ਰਿਕ ਫੀਲਡ ਲਾਈਨ ਉਸ ਦੇ ਵਿੱਚ ਜਾ ਕੇ ਟਰਮੀਨੇਟ ਹੋ ਜਾਣਗੀਆਂ, ਇਲੈਕਟ੍ਰਿਕ ਫੀਲਡ ਲਾਈਨਸ ਇੱਧਰ ਜਾ ਕੇ ਖਤਮ ਹੋ ਜਾਣਗੀਆਂ। ਫਸਟ ਪ੍ਰੋਪਰਟੀ ਤਾਂ ਇਹ ਹੋਈ। ਸੈਕੰਡ ਪ੍ਰੋਪਰਟੀ ਬੜੀ ਇੰਪੋਰਟੈਂਟ ਪ੍ਰੋਪਰਟੀ ਇਹ ਹੈਗੀ, ਦੇ ਡੂ ਨਾਟ ਫਾਰਮ closed loop, do not form closed loop। इसका की मतलब है, हम देखो सपोज इधर एक पॉजिटिव चार्ज है, चलो इधर एक पॉजिटिव चार्ज है, इधर एक नेगेटिव चार्ज है, दोनों पोल कोल पे है। हुण इलैक्ट्रिक फील्ड लाइन की होएगी, मैंने दसो पॉजिटिव तो ओरिजिनेट होएगी ते किधर चली जाएगी, नेगेटिव वाल चली जाएगी। ये पॉजिटिव ते जाके नेगेटिव ते खत्म हो जाएगी। क्लोज लूप तो बननी सी ना, अगर इलैक्ट्रिक फील्ड लाइन पहला पॉजिटिव तो नेगेटिव ते जांदी, नेगेटिव तो वापस पॉजिटिव ते आ जांदी। इस तरह नहीं हुंदा, इलैक्ट्रिक फील्ड लाइन कदे भी क्लोज लूप नहीं बनाउंदी, एक जगह तो शुरू होके एक जगह ते खत्म हो जांदियां। हाँ, मैग्नेटिक फील्ड लाइन आपां अगे जाके करांगे, तुसीं 9th जां किसी जूनियर क्लास दे विच पढ़िया भी होया, तुसीं थोड़ा मैं तुहानूं दस देवां। एक नॉर्थ पोल हुंदा सी, एक साउथ पोल हुंदा सी, वैसे समझाउण लई है। उधर इधर इलैक्ट्रिक फील्ड लाइन, उधर मैग्नेटिक फील्ड लाइन्स हुंदियां सी। मैग्नेटिक फील्ड लाइन की हुंदियां सी, नॉर्थ तो निकलदियां सी, किस दे विच चलियां जांदियां सीगीयां, साउथ पोल दे विच। बट अंदर मैग्नेट दे अंदर, इनसाइड मैग्नेट ओ किधर ट्रैवल करदियां सीगीयां, साउथ टू नॉर्थ। ये की कर रही है, क्लोज लूप फॉर्म कर रही है। इधर क्लोज लूप इलैक्ट्रिक फील्ड लाइन दे विच नहीं हुंदी। तीसरी प्रॉपर्टी ये हैगी है, दे डू नॉट टर्मिनेट in space but at infinity। हम तुसी कहोगे इसका की मतलब है, हम देखो सपोज ये पॉजिटिव चार्ज है, सपोज ठीक है, पॉजिटिव चार्ज तो इलैक्ट्रिक फील्ड लाइंस की जाएंगी, तुसी मैंने दसो आउटवर्ड्स। बट इलैक्ट्रिक फील्ड लाइन जो आउटवर्ड जाएंगी, इन्होंने कितने जाके टर्मिनेट होना, नेगेटिव चार्ज से। जे कोई नेगेटिव चार्ज होया ही ना इस दे नजदीक, तो इलैक्ट्रिक फील्ड लाइन की करना, ट्रैवल ही करते जाना इन्होंने अगे दे अगे। हाँ, इलैक्ट्रिक फील्ड इंटेंसिटी की वैल्यू बहुत दूर जाके वीक होती जाऊगी, बट ये कदे भी खत्म नहीं होगी। इलैक्ट्रिक फील्ड लाइन ट्रैवल करदियां जाणगियां, एक इत्थों तक जाणगियां अप टू इनफिनिटी। ये इनफिनिटी ते जाके टर्मिनेट हो सकदियां, मतलब कदे टर्मिनेट नहीं हो सकदियां। ठीक है, ये स्पेस दे विच, मतलब स्पेस दे विच इस तरह नहीं कि इधरों चार्ज तो कोई पॉजिटिव चार्ज तो इलैक्ट्रिक फील्ड लाइन आई इत्थे जाके खत्म हो गई ना, इस तरह कदे भी ये नहीं खत्म। जिवें लाइट हुंदी है, लाइट किसी सोर्स तो लाइट एनर्जी, लाइट बाहर निकलेगी, ये मूव करती जाएगी। हाँ, उसकी ब्राइटनेस जरूर घटती जाएगी, बहुत घट दिखनों भी बंद हो जाएगा, तो ट्रैवल करती जाती है। उसी तरह जो इमेजिनरी फील्ड लाइन, इलैक्ट्रिक फील्ड लाइन किस पॉइंट ते जाके, अगर वो स्पेस दे विच टर्मिनेट नहीं हो सकदियां, अगर वो सिंगल चार्ज होवे, वो कित्थे जाके होणगियां, इनफिनिटी ते। अगर नेगेटिव चार्ज होया, फिर वो पॉजिटिव तो निकल के नेगेटिव ते टर्मिनेट हो सकदियां। तुसीं इन्हां नूं नोट करो, फिर आपां होर प्रॉपर्टीज देखते हैं। हाँ जी, शुरू ने इस तो नैक्सट प्रॉपर्टी जिहड़ी हैगी इलैक्ट्रिक फील्ड लाइन की बड़ी इंपॉर्टेंट प्रॉपर्टी हैगी, इहदे नाल मैं एक एग्जांपल भी करवाऊंगा। देखो इलैक्ट्रिक फील्ड लाइन की कहती है, ये कहते जिन्ने चार्ज का मैग्नीट्यूड, जिन्ना चार्ज ज़्यादा वड्डा होएगा, जिन्ना उहदा मैग्नीट्यूड ज़्यादा होएगा, उहदे विचों उन्नियां ज़्यादा इलैक्ट्रिक फील्ड लाइनस बाहर निकलणगियां, जां जिन्ना चार्ज वड्डा होएगा उन्ना ज़्यादा इलैक्ट्रिक फील्ड लाइनस उहदे अंदर आउणगियां। ठीक है, यही तो दस्सिया सी, नंबर ऑफ इलैक्ट्रिक फील्ड लाइंस। ठीक है, नंबर ऑफ इलैक्ट्रिक, इधर देखो, नंबर ऑफ इलैक्ट्रिक फील्ड लाइंस फ्रॉम और टू ए चार्ज। ठीक है, चार्ज दे विच ते चार्ज तो वो डायरेक्टली प्रोपोर्शनल मैग्नीट्यूड ऑफ चार्ज हुंदा। जिवें मैं तुहानूं इधर समझाउणा है, सपोज तुहाडे कोल एक चार्ज हैगा प्लस क्यू चार्ज, ਜਦੋਂ ਤੁਹਾਨੂੰ ਕੋਈ ਵੀ ਇੱਕ ਚਾਰਜ ਦਿੱਤਾ ਹੋਵੇ, ਤੁਸੀਂ ਉਸ ਤੋਂ ਜਿੰਨੀਆਂ ਮਰਜ਼ੀ ਇਲੈਕਟ੍ਰਿਕ ਫੀਲਡ ਲਾਈਨਸ ਬਣਾ ਸਕਦੇ ਹੋ। ਬਸ ਸਿੱਧਾ ਤੁਹਾਨੂੰ ਇੱਕ ਚੀਜ਼ ਪਤਾ ਹੈ, ਉਹ ਇਸ ਸਰਫੇਸ ਦੇ ਪਰਪੈਂਡੀਕੂਲਰ, ਮਤਲਬ ਰੇਡੀਅਲੀ ਆਊਟਵਰਡਸ ਹੈ। ਜਿਵੇਂ ਇੱਧਰ ਦੇਖੋ, ਮੈਂ ਇੱਧਰ ਬਣਾ ਦਿੱਤੀਆਂ 1 2 3 एंड 4। ठीक है, मैं 4
ਇਲੈਕਟ੍ਰਿਕ ਫੀਲਡ ਲਾਈਨ ਬਣਾ ਦਿੱਤੀ ਹੈ +q ਚਾਰ, ਤੁਸੀਂ 7 ਵੀ ਬਣਾ ਸਕਦੇ ਹੋ 8 ਵੀ ਬਣਾ ਸਕਦੇ ਹੋ, ਬਟ ਇੱਕ ਚੀਜ਼ ਦਾ ਧਿਆਨ ਰੱਖਿਓ, ਅਗਰ ਤੁਹਾਨੂੰ ਪੈਰਲਲ ਦੋ ਕੁਐਸਚਨ ਦਿੱਤੇ ਹੋਣ, ਜਿਵੇਂ ਇੱਧਰ +2q ਹੈ ਨਾ, ਮੈਂ ਇੱਧਰ +q ਹੈ ਨਾ, ਹੁਣ ਮੈਂ ਕੀ ਕਰਦਾ ਹਾਂ, ਮੈਂ ਇੱਧਰ ਇੱਕ ਚਾਰਜ ਲੈ ਲੈਣਾ ਜੋ ਕਿ ਇਸ ਦੇ ਮੈਗਨੀਟਿਊਡ ਦਾ ਕੀ ਹੈਗਾ, ਡਬਲ ਹੈਗਾ। ਡਬਲ ਦਾ ਮਤਲਬ ਇਹ ਹੈ ਕਿ ਇਹਦੇ ਵਿੱਚੋਂ ਜਿੰਨੀਆਂ ਇਲੈਕਟ੍ਰਿਕ ਫੀਲਡ ਲਾਈਨਸ ਇੱਧਰ ਨਿਕਲੀਆਂ ਸੀ, ਇਹਦੇ ਵਿੱਚ ਕਿੰਨੀਆਂ ਸ਼ੋ ਕਰਨੀਆਂ ਪੈਣੀਆਂ, ਡਬਲ। ਜਿਵੇਂ ਮੰਨ ਲਓ 1 2 3 4, ਠੀਕ ਹੈ, ਇਹ ਅਲੱਗ-ਅਲੱਗ ਮਤਲਬ ਆਈਸੋਲੇਟਡ ਨੇ, ਇੱਕ ਦੂਸਰੇ ਤੋਂ ਦੂਰ ਹੈਗੇ, ਠੀਕ ਹੈ। ਇਸ ਦੇ ਵਿੱਚੋਂ 4 ਤਾਂ ਆਪਾਂ ਨੂੰ ਕੀ ਕਰਨੀਆਂ ਪੈਣੀਆਂ, ਜਿਵੇਂ 5 6 7 ਐਂਡ 8। ਆ ਦੇਖੋ ਇਸ ਦੇ ਵਿੱਚੋਂ ਕਿੰਨੀਆਂ 4, ਇਸ ਦੇ ਵਿੱਚੋਂ ਕਿੰਨੀਆਂ ਸ਼ੋ ਕਰਨੀਆਂ ਪੈਣੀਆਂ ਤੁਹਾਨੂੰ 8। ਜਿੰਨਾ ਚਾਰਜ ਦਾ ਮੈਗਨੀਟਿਊਡ ਜ਼ਿਆਦਾ ਹੁੰਦਾ ਜਾਊਗਾ ਉਨੀਆਂ ਫੀਲਡ ਲਾਈਨਸ ਉਸ ਦੇ ਵਿੱਚੋਂ ਜ਼ਿਆਦਾ ਹੋਣਗੀਆਂ। ਹੁਣ ਜ਼ਰੂਰੀ ਨਹੀਂ ਇੱਥੇ 4 ਸ਼ੋ ਕੀਤੀਆਂ ਇੱਥੇ 8 ਸ਼ੋ ਕਰਨੀਆਂ, ਜੇਕਰ ਤੁਹਾਨੂੰ ਇੱਧਰ ਪੈਰਲਲ ਕੁਐਸਚਨ ਹੁੰਦਾ, ਇੱਧਰ ਤੁਹਾਡੇ ਕੋਲੇ ਡਬਲ ਹੁੰਦੀਆਂ। ਇੱਧਰ ਦੇਖੋ ਮੈਂ ਤੁਹਾਨੂੰ ਕਹਿ ਦਿੰਦਾ, ਇੱਕ +q ਚਾਰਜ ਹੈ, ਇਹਦੇ ਵਿੱਚੋਂ ਤੁਸੀਂ 2 ਲਾਈਨਸ ਸ਼ੋ ਕੀਤੀਆਂ, ਤਾਂ ਇਸ ਦੇ ਪੈਰਲਲ ਜਿਹੜਾ ਕੁਐਸਚਨ ਬਣਾਉਣਾ ਸੀਗਾ ਤੁਸੀਂ ਇਹਦੇ ਨਾਲ ਤੁਹਾਨੂੰ ਕੋਈ ਹੋਰ ਕਹਿ ਦਿੰਦੇ ਇਸ +2q ਦੇ ਵਿੱਚੋਂ ਸ਼ੋ ਕਰੋ, ਤਾਂ ਤੁਹਾਨੂੰ ਇੱਧਰ ਕਿੰਨੀਆਂ ਸ਼ੋ ਕਰਨੀਆਂ ਪੈਣੀਆਂ ਸੀਗੀਆਂ, 4 ਵੀ ਡਬਲ ਹੈ, ਤਾਂ ਇਹਦੇ ਵਿੱਚ ਇਲੈਕਟ੍ਰਿਕ ਫੀਲਡ ਲਾਈਨਸ ਵੀ ਇਹ ਦੇਖੋ 2 ਤਾਂ ਸੀਗੀਆਂ, 2 ਹੋਰ ਸ਼ੋ ਕਰ ਦੇਵਾਂਗੇ, ਠੀਕ ਹੈ। ਮਤਲਬ ਜਦੋਂ ਇੰਨੀਆਂ ਸ਼ੋ ਕਰੋਗੇ ਉਹਦੇ ਸਾਹਮਣੇ ਦੂਸਰੀਆਂ ਸ਼ੋ ਕਰਨੀਆਂ ਪੈਣੀਆਂ। ਸਟਾਰਟਿੰਗ ਦੇ ਵਿੱਚ ਤੁਸੀਂ ਜਿਵੇਂ ਮਰਜ਼ੀ ਕਰ ਸਕਦੇ ਹੋ। ਇਹ ਸੀਗੇ ਇਸ ਦੀ ਪ੍ਰੋਪਰਟੀ। ਇਹਦੇ ਵਿੱਚ ਇੱਕ ਐਗਜ਼ਾਮਪਲ ਨਾਲ ਵੀ ਸਮਝਦੇ ਹਾਂ। ਚਲੋ ਦੇਖੋ ਰਜੇ, ਤੁਹਾਡੇ ਕੋਲ ਸਪੋਜ਼ ਇੱਕ q1 ਚਾਰਜ ਹੈ, ਇੱਕ q2 ਚਾਰਜ ਹੈ, ਠੀਕ ਹੈ। ਇਹਨਾਂ ਨੇ ਇਲੈਕਟ੍ਰਿਕ ਫੀਲਡ ਲਾਈਨਸ ਸ਼ੋ ਕਰ ਦਿੱਤੀਆਂ। ਸਪੋਜ਼ ਇਹਨਾਂ ਨੇ ਕਹਿ ਦਿੱਤਾ ਇਸ ਤਰ੍ਹਾਂ, देखो मैं इलेक्ट्रिक फील्ड लाइंस बना रहा है, मैं इस तरह क्यों गया, क्योंकि ये जेड़ा होना चाहिए ना सरफेस नाल एंगल कितना होना चाहिए 90, रेडियली आउटवर्ड रेडियली इनवर्ड, ठीक है। चलो मैं तुहानू इस टाइप की कोई इलैक्ट्रिक फील्ड लाइन की पिक्टोरल डायग्राम दे दी, ठीक है। हुण मैं तुहानू मैं पूछा फाइंड Q1 ओवर Q2, तुहानू मैं ये पूछा कि Q1 ओवर Q2 की रेशो की होनी चाहिए। देखो जेहड़ियां मैग्नीट्यूड जिहड़ा चार्ज का मैग्नीट्यूड हैगा ये डायरैक्टली प्रोपोर्शनल किसदे हुंदा नंबर ऑफ इलैक्ट्रिक फील्ड लाइन्स दी। हुण इधर देखो इस दे विचों कितनियां फील्ड लाइन्स बाहर निकल रहीआं हैगियां Q1 दे विचों चेक करो 1 2 3 4 5 6 7 8 2 4 6 8 एंड इस दे विचों कितनियां बाहर आईयां तुहानूं पता है 8। इस दे विच एंटर कितनियां हो रहीआं Q2 दे विच 1 2 3 4। तां तुहानूं पता चार्ज दा मैग्नीट्यूड है डायरेक्टली प्रोपोर्शनल नंबर ऑफ फील्ड लाइन्स दे है Q1 ओवर Q2। बोलो Q1 8 दे इक्वल आ गया, Q2 किससे इक्वल है 4 दे, तां ये आंसर की आ गया 2/1 2/1। ਇਹਦਾ ਮਤਲਬ ਜਿਹੜਾ ਇਹ ਚਾਰਜ ਹੈ ਇਸ ਦਾ ਮੈਗਨੀਟਿਊਡ ਉਸ ਨਾਲੋਂ ਕਿੰਨਾ ਹੈ ਡਬਲ ਹੈ, ਤਾਂ ਜੋ ਡਬਲ ਇਲੈਕਟ੍ਰਿਕ ਫੀਲਡ ਲਾਈਨਸ ਉਹ ओरिजिनेट ਹੋ ਰਹੀਆਂ। ਬਟ ਇੱਥੇ ਦੇਖੋ ਹਜੇ ਵੀ ਇੱਕ ਪ੍ਰੋਬਲਮ ਹੈ Q1 over Q2 2/1 सही है कि -2/1 सही है -2 किस तरह। ਹੁਣ ਦੇਖੋ ਅਗਰ Q1 ਦੇ ਵਿੱਚੋਂ फील्ड लाइन बाहर आ रही है तो पक्का एक ही होना चाहिए पॉजिटिव, एक ही होगा पॉजिटिव चार्ज, ते Q2 की होना चाहिए नेगेटिव क्योंकि टर्मिनेट हो रही है। ਇਹਦਾ मतलब Q1 over Q2 ਦਾ सही आंसर ਜਿਹੜਾ ਹੈਗਾ -2/1 है। हाँ जे उन्होंने इधर मैग्नीट्यूड क्या ਹੁੰਦਾ सिंपल फिर ਆਪਾਂ ਗੱਲਾਂ 2/1 लिख देना सीगा, ठीक है। एक बड़ी इंपॉर्टेंट प्रॉपर्टी है, क्वेश्चन भी देखो एग्जाम ਦੇ ਵਿੱਚ ਆਇਆ ਵੀ ਹੋਇਆ, ਤੁਸੀਂ ਇਸ ਨੂੰ ਦੇਖੋ। ਫਿਰ ਨੈਕਸਟ ਪ੍ਰੋਪਰਟੀ ਕਰਾਉਣਾ ਮੈਂ। ਨੈਕਸਟ ਪ੍ਰੋਪਰਟੀ ਕੀ ਹੈਗੀ ਕਿ ਇਲੈਕਟ੍ਰਿਕ ਫੀਲਡ ਲਾਈਨਸ ਦੀ ਜੋ ਕਲੋਜ਼ਨੈਸ ਹੈਗੀ ਹੈ, ਜਿੰਨੀਆਂ ਇਲੈਕਟ੍ਰਿਕ ਫੀਲਡ ਲਾਈਨਸ ਜ਼ਿਆਦਾ ਕਲੋਜ਼ ਹੋਣਗੀਆਂ, ਮਤਲਬ ਜਿੰਨੀ ਉਧਰ ਡੈਂਸਿਟੀ ਜ਼ਿਆਦਾ ਹੋਊਗੀ ਉਧਰ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਦੀ ਵੈਲਿਊ ਉਨੀ ਜ਼ਿਆਦਾ ਹੋਊਗੀ।
मैं इधर तुहानू समझाउणा है। जिवें इधर देखो, चलो मैं कोई डायग्राम बना दिना, इधर देखो, मैं इस तरह इलेक्ट्रिक फील्ड लाइन इस तरह मूव कर रही है, ठीक है। ये ऊपर वाल मूव क्यों होनी, आप नेक्स्ट प्रॉपर्टी भी देखेंगे। हुण जिवें मैं दो पॉइंट्स ले लेना, इधर देखो 3 पॉइंट्स ले लेना, एक ले लेना ए पॉइंट, एक ले लेना बी पॉइंट, एक ले लेना सी पॉइंट। हुण मैनूं दसो सब तो ज्यादा इलैक्ट्रिक फील्ड लाइन कित्थे नेड़े नेड़े हैगियां, ए ते कि बी ते? ए दे नाल ज्यादा नजदीक है, बी ते थोड़ियां जिहियां दूर चलियां गईयां। तां इहदा मतलब तुसीं की कहोगे, ए दे उपर इलैक्ट्रिक फील्ड किस तो ज्यादा होनी चाहिए है, बी तो ज्यादा होनी चाहिए। बट अगर तुसीं थोड़ा डायग्राम नूं ध्यान नाल देखोगे, थोड़ी जी वैसे जो प्रॉपर डायग्राम बनी हो, मैं तुहानूं कहां अगर ए एंड सी दोनों के ऊपर फील्ड लाइन की क्लोजनेस सेम है, तो ए एंड सी ते इलैक्ट्रिक फील्ड इंटेंसिटी की होगी सेम, ते दोनों की बी नालों की होगी ज्यादा। जिवें तुहानूं मैं एक चीज आपां पहले ही पता है, जिवें जिवें आपां किसी भी चार्ज तो दूर होंदे जावांगे, जदों आपां किसी चार्ज तो दूर होंदे जावांगे तां इलैक्ट्रिक फील्ड इंटेंसिटी दी वैल्यू, मतलब ਉਹਦੇ फोर्स लाउण वाली ਜਿਹੜੀ इंटेंसिटी हैगी है वो की ਹੁੰਦੀ ਜਾਊਗੀ, ਘਟਦੀ, फोर्स वाला इफेक्ट घटदा जाऊगा। वो क्यों, ਆਪਾਂ इलैक्ट्रिक फील्ड लाइन भी शो कर सकते हैं। इधर देखो, सपोज एक चार्ज हैगा पॉजिटिव चार्ज, ठीक है, इधरों इलैक्ट्रिक फील्ड लाइन बनाए हो इसकी ना, इधर देखो ध्यान नाल, देखो मैं पॉइंट्स ले लेना है, ये वाला हो गया ए पॉइंट, ये वाला पॉइंट हो गया बी, ते मैं इस तो होर दूर चले जाना है, मैं एक पॉइंट ले लेना है सी। ये फील्ड लाइन टर्मिनेट इनफिनिटी ते होनी है। मैं दसो ए दे ऊपर ज्यादा फील्ड लाइन नेड़े है कि बी ते कि सी ते? तुसीं की देखोगे ए ते फील्ड लाइन्स ज्यादा नजदीक ने, बी ते थोड़ियां जिहियां दूर हो गईयां, सी ते भी ज्यादा दूर हो गईयां। जिन्नियां दूर होंदियां जाणगियां, जिन्नी विचली स्पेस ज्यादा हुंदी जाऊ, फील्ड इंटेंसिटी घटदी जाऊगी। जो कि आपां थ्योरेटिकली भी कीता सी कि जिवें जिवें दूर जावांगे चार्ज तो इलैक्ट्रिक फील्ड इंटेंसिटी घटदी जाऊ। इधर देखो, ਇਹਦਾ मतलब ए ते इलैक्ट्रिक फील्ड ज्यादा कंपैरेटिव बी ते किस ते सी तो ज्यादा हैगी है। ये चीज का ध्यान रखना। एक होर प्रॉपर्टी मैं वैसे दसता, बट आप नोट कर लेने एक बार कि जो इलैक्ट्रिक फील्ड लाइन्स हैगियां वो हमेशा सरफेस दे परपेंडिकुलर होंगियां। इलैक्ट्रिक फील्ड लाइन्स आर ऑलवेज, एक समझ लेना थोड़ा जा, ऑलवेज परपेंडिकुलर टू सरफेस ऑफ कंडक्टर लिख दो या चार्ज लिख दो, एक जिस तरह देखो मैं तुहानू कह देवां ये एक चार्ज है, ठीक है, ये कोई भी चार्ज है, इस ते फील्ड लाइन इस तरह आईयां, देखो ध्यान, इस तरह, इस तरह, ठीक है, एक इस तरह आई, मैं दसो 1 2 3 इन्हां विचों किहड़ी करैक्ट लगदी है तुहानू? देखो इसका एंगल 90 बनिया इत्थे नहीं, इसका एंगल आ देखो, इन्हू जो प्रोड्यूस इहदा एंगल इधर आलमोस्ट की बन रहा 90 सरफेस ना, मतलब जिन्हों अगे प्रोड्यूस करांगे टूवर्ड्स सेंटर जांदी लगदी होएगी, तां ना 1 वाली पॉसिबल है ना 3 वाली, 2 वाली पॉसिबल हैगी है, ठीक है। कई बार चार्ज प्लेट हो जाया करेगी, आ देखो मान लो पॉजिटिव चार्ज प्लेट हैगी है, इस तो इलैक्ट्रिक फील्ड लाइन तुसीं ओरिजिनेट करनी है, तो तुसीं की करना है, वो जो सरफेस ते होनियां चाहिदियां वो इलैक्ट्रिक फील्ड लाइन्स उस सरफेस ते की होनियां चाहिदियां, परपेंडिकुलर होनियां चाहिदियां। इसको नोट करो। जो नेक्स्ट प्रॉपर्टी है इलैक्ट्रिक फील्ड लाइन की बड़ी इंपॉर्टेंट प्रॉपर्टी हैगी है,
IIT JEE ਦੇ ਵਿੱਚ ਕੁਐਸਚਨ ਵੀ ਆਇਆ ਹੋਇਆ ਹੈ, ਠੀਕ ਹੈ। ਇਹ ਥੋੜਾ ਧਿਆਨ ਨਾਲ ਸਮਝਣਾ, ਇਹ ਜ਼ਿਆਦਾ ਕਰਕੇ ਬੋਰਡ ਐਗਜ਼ਾਮ ਲੈਵਲ ਦੇ ਵਿੱਚ ਨਹੀਂ ਹੁੰਦਾ, ਬਟ ਬੁੱਕਸ ਦੇ ਵਿੱਚ ਦਿੱਤੀ ਵੀ ਨਹੀਂ ਹੋਈ ਇਹ ਪ੍ਰੋਪਰਟੀ, ਮੈਂ ਸਮਝਾਉਣਾ ਤੁਹਾਨੂੰ। ਇਹ ਹੈਗਾ ਕਿ ਇਲੈਕਟ੍ਰਿਕ ਫੀਲਡ ਲਾਈਨਸ ਸਿਮੈਟ੍ਰਿਕ ਹੁੰਦੀਆਂ ਜੋ ਲਾਈਨ ਦੋ ਚਾਰजेस ਨੂੰ ਜੁਆਇਨ ਕਰਦੀ ਹੈ। ਕੁਝ ਨਹੀਂ ਪਤਾ ਚੱਲਣਾ ਸੀ ਇਹਦੇ, ਬਟ ਹੁਣ ਦੇਖੋ ਇੱਕ ਚਾਰਜ ਹੈਗਾ Q1, ਇੱਕ ਚਾਰਜ ਹੈਗਾ Q2, ठीक है। इन्हां दी एक लाइन बना दो जिहड़ी दोनों नूं ज्वाइन कर रही है सेंटर टू सेंटर। ये होगी ना लाइन ज्वाइनिंग द सेंटर्स ऑफ टू चार्जेस। हुण जो इलैक्ट्रिक फील्ड लाइन्स होणगियां बनाणियां वो सिमेट्रिक होणियां चाहिदियां। जिस तरह की शेप उपर होगी, जिन्नियां फील्ड लाइन्स उपर होणगियां उन्नियां ही नीचे होणियां चाहिदियां। जिवें इधर देखो, मैं अगर इधर इस शेप की बनाई इन्नी कर्व रखी तो इधर वाली फील्ड भी मैनू उन्नी ही करवेचर दे विच रखनी पऊगी। जे मैं जिन्नी ए वाली रखूंगा करवेचर उन्नी ही मैनू ए वाली करवेचर रखनी पऊगी। मतलब कि जिहड़ा सिमेट्री बन जाएगी इस एक्सिस दे ऊपर एंड नीचे, ठीक है। मैं एक एग्जांपल लैके भी समझाउणा, बड़ी इंपॉर्टेंट एग्जांपल है। ये प्रॉपर्टी अपनी बड़ी हेल्प करेगी क्वेश्चंस दे विच। हुण देखो, चलो ਤੁਹਾਨੂੰ मैं कह देना है दो चार्जेस ने Q1 चार्ज, ये प्रॉपर्टी नूं ध्यान नाल समझना, एक चार्ज है Q2, ठीक है। दोनों दी मैं लाइन बना देना, एक्सिस बना देना, ठीक है। हुण मैं की कीता, मैं इधर एक फील्ड लाइन बना दी। इधर देखो, ये मैं फील्ड लाइन इस शेप दी विच बना दी, ठीक है। एकदम ओरिजिनेट हुई बट एकदम उधर चली गई। हुण तुहानूं इधरों ये पूछ रहे हैं, कहंदे फाइंड विच हैज ग्रेटर मैग्नीट्यूड, ठीक है। आपां नूं ये दसना है कि Q1 का मैग्नीट्यूड ज्यादा है कि Q2 का मैग्नीट्यूड ज्यादा है, ठीक है। हुण आपां इह चीज नूं समझना है, इस प्रॉपर्टी आपां इधर इह प्रॉपर्टी नूं आपां यूज करांगे। देखो क्वेश्चन अजे नहीं मिलेगा तुहानूं बुक्स दे विच, ठीक है। हुण देखो इहनूं मैं बनाउणा है, मैं आपदे वल्लों पहलां की करदा है, चलो मैं इधर ही बना दिंदा है। चलो एक बार चलो इधर बनाने हैं। ये Q1 सीगा, ये Q2 हैगा, ठीक है। मैं एक लाइन बना देना है जो इन्हां नूं ज्वाइन कर रही है, ठीक है। पहला मैनू इधर देखो, ऊपर वाली इलैक्ट्रिक फील्ड बनाई, मैं इस तरह बना दी है, ठीक है। हुण अकॉर्डिंग टू रूल जिन्नी इलैक्ट्रिक फील्ड लाइन ऊपर है उसे टाइप की इधर होनी चाहिए है। सिमेट्री इधर बनी उसे टाइप की मैं इधर भी बना देती, इधर भी बना देती। हुण अगर तुसी दो फील्ड लाइन दे विच एंगल देख लो, आ लाइन दा एंगल, आ दो फील्ड लाइन जिहड़ियां ओरिजिनेट होईयां एक्सिस दे ऊपर, ये मान लो इस नूं एंगल नूं मैं कह देना x, ते ये जो दो फील्ड लाइन दे विच एंगल बनिया है ये बनया y। हुण तुहानूं पता है जो इधर फील्ड लाइन्स दे विच एंगल बन रहा है ये घट है ये ज्यादा है। हुण आपां नूं ये चीज की दसदी है x एंड y, ठीक है। x ग्रेटर देन की हो गया y। हुण इस तो आपां नूं की पता चलू, मैं तुहानूं समझाउणा। हुण इधर देखो, जे मान लो ये एक चार्ज हैगा है, इस तो फील्ड लाइन्स निकल रही हैं, इस तो फील्ड लाइन ध्यान नाल समझते जाना तुझे। 4 मैं एक होर चार्ज बनाना है, ठीक है, वो अलग पे आके थे, उस तो जिहड़ियां फील्ड लाइन्स हैगियां वो इस ते वो डबल निकल बाहर आ रही हैं, मान लो, ठीक है। मैं इसके कंपैरेटिव चलो मैं इस तो ज्यादा फील्ड लाइन शो कर ਹੁਣ ਜੇ ਆਪਾਂ ਇੱਕ ਡਾਇਗਰਾਮ ਦੇ ਵਿੱਚ ਇੱਕ ਦੇ ਵਿੱਚ ਘੱਟ ਫੀਲਡ ਲਾਈਨ ਸ਼ੋ ਕੀਤੀਆਂ, ਦੂਸਰੇ ਦੇ ਵਿੱਚ ਜ਼ਿਆਦਾ ਸ਼ੋ ਕੀਤੀਆਂ, ਪੱਕਾ ਤੁਹਾਨੂੰ ਇਹ ਗੱਲ ਤਾਂ ਕਲੀਅਰ ਹੋ ਹੀ ਗਈ ਹੋਣੀ ਹੈ ਜਿੱਥੇ ਫੀਲਡ ਲਾਈਨ ਜ਼ਿਆਦਾ ਉਹਦਾ ਮੈਗਨੀਟਿਊਡ ਵੀ ਕੀ ਹੋਊਗਾ ਜ਼ਿਆਦਾ। ਹੁਣ ਦੋ ਫੀਲਡ ਲਾਈਨਸ ਦੇ ਵਿੱਚ ਐਂਗਲ ਦੇਖੋ,
ਇੱਥੇ ਜੋ ਕੰਜੈਕਟਿਵ ਫੀਲਡ ਲਾਈਨਸ ਨੇ ਇਹਨਾਂ ਵਿੱਚ ਐਂਗਲ ਹੈ x, ਇਹਨਾਂ ਦੋਨਾਂ ਦੇ ਵਿੱਚ ਐਂਗਲ ਕੀ ਹੈ y। ਹੁਣ ਮੈਨੂੰ ਧਿਆਨ ਨਾਲ ਦੇਖ ਕੇ ਦੱਸੋ x ਜ਼ਿਆਦਾ ਕਿ y? x ਜ਼ਿਆਦਾ। x ਜੇ ਜ਼ਿਆਦਾ ਹੋਊਗਾ ਤਾਂ ਉੱਥੋਂ ਫੀਲਡ ਲਾਈਨਸ ਵੀ ਕੀ ਨਿਕਲਣਗੀਆਂ ਘੱਟ। ਆ ਦੇਖੋ ਜੇ x ਕੀ ਹੈਗਾ ਗ੍ਰੇਟਰ ਦੈਨ y, ਜੇ x ਗ੍ਰੇਟਰ ਦੈਨ y ਹੈ ਤਾਂ ਇਧਰੋਂ ਆਪਣਾ ਕੀ ਰਿਜ਼ਲਟ ਆਇਆ ਲੈਸਰ ਫੀਲਡ ਲਾਈਨ, ਫੀਲਡ ਲਾਈਨਸ ਕਿੱਥੋਂ ਦੱਸੋ ਮੈਨੂੰ? ਜਿਹਦਾ ਐਂਗਲ ਜ਼ਿਆਦਾ ਦੋ ਫੀਲਡ ਲਾਈਨਸ ਦੇ ਵਿੱਚ ਉਧਰੋਂ ਕੀ ਹੋਊਗਾ ਜਿਸ ਦੋ ਫੀਲਡ ਲਾਈਨ ਦੇ ਵਿੱਚ ਐਂਗਲ ਜ਼ਿਆਦਾ ਹੈਗਾ ਉਥੋਂ ਫੀਲਡ ਲਾਈਨਸ ਕੀ ਘੱਟ ਆਣਗੀਆਂ, ਘੱਟ ਬਾਹਰ ਆਣਗੀਆਂ। ਲੈਸਰ ਫੀਲਡ ਲਾਈਨਸ ਫਰੋਮ ਕਿੱਧਰੋਂ ਓਰੀਜਿਨੇਟ ਹੋਣਗੀਆਂ Q1। ਹੁਣ ਜਿਸ ਦੇ ਵਿੱਚੋਂ ਫੀਲਡ ਲਾਈਨ ਘੱਟ ਓਰੀਜਿਨੇਟ ਹੋਣਗੀਆਂ ਉਸ ਦਾ ਮੈਗਨੀਟਿਊਡ ਵੀ ਕੀ ਹੋਊਗਾ ਘੱਟ। ਤਾਂ ਆਪਣਾ ਫਿਰ ਇੱਥੋਂ ਕੀ ਰਿਜ਼ਲਟ ਆਇਆ, ਇੱਥੋਂ ਰਿਜ਼ਲਟ ਆਪਾਂ ਇਹ ਕਹਿ ਸਕਦੇ ਹਾਂ ਕਿ Q2 ਦਾ ਮੈਗਨੀਟਿਊਡ ਹੈ ਜਿਹੜਾ ਉਹ Q1 ਦੇ ਮੈਗਨੀਟਿਊਡ ਨਾਲੋਂ ਕੀ ਹੈ ਜ਼ਿਆਦਾ ਹੈਗਾ। ਇਸ ਦਾ ਮੈਗਨੀਟਿਊਡ ਜ਼ਿਆਦਾ ਹੈ, ਇਸ ਦਾ ਮੈਗਨੀਟਿਊਡ ਘੱਟ ਹੈਗਾ। ਠੀਕ ਹੈ, ਇਹ ਈਜ਼ੀਲੀ ਤੁਸੀਂ ਫਾਈਂਡ ਆਊਟ ਕਰ ਸਕਦੇ ਹੋ। ਚਲੋ ਹੁਣ ਮੈਂ ਤੁਹਾਨੂੰ ਇਸ ਤਰ੍ਹਾਂ ਬੋਲਦਾ ਹਾਂ ਤਾਂ ਦੇਖਿਆ ਤੁਹਾਡਾ ਕੁਐਸਚਨ ਆਪਾਂ ਫਿਰ ਕਰਦੇ ਹਾਂ। ਤਾਂ ਦੇਖੋ ਮੈਂ ਤੁਹਾਨੂੰ ਕਹਿ ਰਿਹਾ ਇਸ ਤਰ੍ਹਾਂ ਆ ਗਿਆ, ਕਿਸ ਦਾ ਚਾਰਜ ਜ਼ਿਆਦਾ ਹੋਊਗਾ? पहली गल ਇਹਦਾ ਇਹ ਕੀ ਹੋਊਗਾ ਪੋਜ਼ਿਟਿਵ, ਇਹ ਕੀ ਹੋਊਗਾ ਨੈਗੇਟਿਵ। ਜੇ ਆਪਾਂ ਮੈਗਨੀਟਿਊਡ ਦੀ ਗੱਲ ਕਰੀਏ ਮੈਗਨੀਟਿਊਡ ਕਿਹਦਾ ਜ਼ਿਆਦਾ ਹੋਊਗਾ? ਜਿਸ ਦੇ ਵੱਲ ਜ਼ਿਆਦਾ ਇੱਕਦਮ ਕਰਵ ਆ ਗਈ। ਉਹ ਕਿੱਥੋਂ ਪਤਾ ਚੱਲੂਗਾ? ਇਸ ਫਾਰਮੂਲੇ ਤੋਂ ਵੀ ਪਤਾ ਚੱਲ ਸਕਦਾ। ਉਸ ਤਰ੍ਹਾਂ ਤੁਸੀਂ ਬਣਾ ਕੇ ਕਰ ਸਕਦੇ ਹੋ। ਬੜੀ ਇੰਪੋਰਟੈਂਟ ਪ੍ਰੋਪਰਟੀ ਹੈ, ਇਸ ਨੂੰ ਧਿਆਨ ਨਾਲ ਦੇਖ ਲਓ। ਨੈਕਸਟ ਪ੍ਰੋਪਰਟੀ ਜਿਹੜੀ ਹੈਗੀ ਹੈ ਇਹ ਹੈਗੀ ਹੈ ਕਿ ਕਿਸੇ ਵੀ ਇਲੈਕਟ੍ਰਿਕ ਫੀਲਡ ਲਾਈਨ, ਜਿਸ ਤਰ੍ਹਾਂ ਇੱਧਰ ਦੇਖੋ ਤੁਹਾਨੂੰ ਕੋਈ ਵੀ ਇਲੈਕਟ੍ਰਿਕ ਫੀਲਡ ਲਾइन ਦਿੱਤੀ ਹੋਈ ਹੈ ਵਾਲੀ, ਠੀਕ ਹੈ, ਇਹ ਇਲੈਕਟ੍ਰਿਕ ਫੀਲਡ ਲਾइन ਹੈ। ਆਪਾਂ ਕੋਈ ਵੀ ਪੁਆਇੰਟ ਲਓ A, ਤੁਸੀਂ ਕੀ ਕਰੋ ਇਸ ਪੁਆਇੰਟ ਦੇ ਉੱਪਰ ਇਲੈਕਟ੍ਰਿਕ ਫੀਲਡ ਲਾइन ਜੋ ਦਿੱਤੀ ਹੈਗੀ ਹੈ ਇਸ ਪੁਆਇੰਟ ਦੇ ਉੱਪਰ ਇੱਕ ਟੈਂਜੈਂਟ ਡਰਾ ਕਰ ਦਿਓ। ਇਹ ਜੋ ਟੈਂਜੈਂਟ ਤੁਸੀਂ ਡਰਾ ਕਰੋਗੇ ਉਹ ਇਸ ਪਾਰਟਿਕੂਲਰ ਪੁਆਇੰਟ ਤੇ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਦੀ ਡਾਇਰੈਕਸ਼ਨ ਹੋਏਗੀ। ਜਿਵੇਂ ਮੰਨ ਲਓ ਤੁਸੀਂ ਇੱਧਰ ਡਰਾ ਕੀਤੀ, ਹੁਣ ਇੱਧਰ ਕਰੋ। ਸਪੋਜ਼ ਮੈਂ ਤੁਹਾਨੂੰ ਕਹਿ ਦੇਵਾਂ ਇਸ B ਪੁਆਇੰਟ ਤੇ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਕੀ ਹੋਏਗੀ, ਤੁਸੀਂ ਕੀ ਕਰੋਗੇ इस पॉइंट पे टेंजेंट ड्रॉ कर दोगे। ये इस पर्टिकुलर पॉइंट पे इलेक्ट्रिक फील्ड इंटेंसिटी दी डायरेक्शन होगी। ठीक है, इलेक्ट्रिक फील्ड लाइन के ऊपर जो आप टेंजेंट ड्रॉ करते हैं वो किस दी डायरेक्शन दसदी है? इलेक्ट्रिक फील्ड इंटेंसिटी दी। इस प्रॉपर्टी नु यूज करके ना, हाँ जी स्टूडेंट्स, इस प्रॉपर्टी नु ना ਆਪਾਂ ਇੱਧਰ ਵੀ ਯੂਜ਼ ਕਰ ਸਕਦੇ ਹਾਂ ਕਿ ਅਗਰ इलैक्ट्रिक फील्ड लाइन के हर पॉइंट पे टेंजेंट है जो इलैक्ट्रिक फील्ड इंटेंसिटी ਨੂੰ रिप्रेजेंट करदी है, इस इधर भी ध्यान दिओ। ये हैगा नो टू इलैक्ट्रिक फील्ड लाइंस कैन इंटरसेक्ट ईच अदर। ठीक है, मान लो किसी भी जगह ते जिन्नियां मर्जी फील्ड चार्जेस होन, उन्हां दी जिन्नियां मर्जी फील्ड लाइंस होन, बट कोई भी फील्ड लाइन आपस दे विच इंटरसेक्ट नहीं करूगी। जिस तरह ए एंड ए, मैं कहता हूं दो फील्ड लाइन इंटरसेक्ट कर रही हैं, ए कदे भी पॉसिबल नहीं हैगा, ये पॉसिबल नहीं हैगा। आपां इहदा आंसर भी देख लैने आ, इधर देखो इसका आंसर की हैगा। ठीक है, इफ दे डू सो, मान लो ये कर रही है इंटरसेक्ट, तो देखो मान लो ये दो फील्ड लाइंस ने, एक इधर जा रही है फील्ड लाइन, एक इधर जा रही है। हुण जिहड़ा इन्हां दा पॉइंट ऑफ इंटरसेक्शन है वो तो कॉमन है ना, पॉइंट ऑफ इंटरसेक्शन। इस पॉइंट ऑफ इंटरसेक्शन ते मैं दो टेंजेंट्स ड्रॉ कर सकदा। एक तां ये वाली लाइन है फील्ड लाइन, इस ते टेंजेंट मैं ड्रॉ कर देना। ये किसकी डायरेक्शन होगी? इलैक्ट्रिक फील्ड इंटेंसिटी। एक इस कर्व दे भी ड्रॉ की जा सकती है। तो ਇਹਦਾ मतलब ਤਾਂ ਇਹ ਹੋ ਗਿਆ ਕਿ ਸੇਮ ਪੁਆਇੰਟ ਤੇ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਦੀਆਂ ਕਿੰਨੀਆਂ ਡਾਇਰੈਕਸ਼ਨਸ ਹੋ ਗਈਆਂ? ਦੋ। ਇਹਦਾ मतलब ਇਸ ਜਗ੍ਹਾ ਤੇ ਚਾਰਜ ਟੈਸਟ ਚਾਰਜ ਦੋ ਡਾਇਰੈਕਸ਼ਨ ਵੱਲ ਜਾ ਰਿਹਾ। ਇਹ ਕਿਵੇਂ ਹੋ ਸਕਦਾ? ਇੱਕ ਟਾਈਮ ਤੇ ਇੱਕ ਪੁਆਇੰਟ ਤੇ ਚਾਰਜ ਇੱਕ ਡਾਇਰੈਕਸ਼ਨ ਵੱਲ ਹੀ ਜਾਊਗਾ, ਡਬਲ ਡਾਇਰੈਕਸ਼ਨ 'ਚ ਕਿਸ ਤਰ੍ਹਾਂ ਜਾ ਸਕਦਾ? ਇਹ ਪੋਸੀਬਲ ਨਹੀਂ ਹੈਗਾ। ਦੇਖੋ ਇਫ ਦੇ ਡੂ ਸੋ we can draw
two tangents at point of intersection and they will result into two directions of E, electric field intensity at one point। एक पॉइंट ਤੇ ਦੋ डायरेक्शंस किस तरह पॉसिबल हैगा, ये पॉसिबल नहीं, इसलिए फिर कदे भी दो ਜਿਹੜੀਆਂ ਇਲੈਕਟ੍ਰਿਕ ਫੀਲਡ ਨੇ ਇੰਟਰਸੈਕਟ ਨਹੀਂ ਕਰ ਸਕਦੀਆਂ। ਠੀਕ ਹੈ, ਇਹ ਚੀਜ਼ ਦਾ ਧਿਆਨ ਰੱਖਣਾ। ਹੁਣ ਇਸ ਪ੍ਰੋਪਰਟੀ ਨੂੰ ਮੈਂ ਅੱਗੇ ਯੂਜ਼ ਕਰਦਾ ਕਿ ਦੋ ਇੰਟਰਸੈਕਟ ਨਹੀਂ ਕਰਨਗੇ। ਅਗਰ ਮੈਂ ਇੱਕ ਪੋਜ਼ਿਟਿਵ ਚਾਰਜ ਦੇ ਨੇੜੇ ਦੂਸਰਾ ਪੋਜ਼ਿਟਿਵ ਚਾਰਜ ਰੱਖਦਾ ਫਿਰ ਫੀਲਡ ਲਾਈਨ ਦੀ ਸ਼ੇਪ ਕਿਸ ਤਰ੍ਹਾਂ ਦੀ ਹੋਊਗੀ ਆਪਾਂ ਦੇਖਦੇ ਹਾਂ। ਦੇਖੋ ਤੇ ਹੁਣ ਆਪਣੇ ਕੋਲ ਮੰਨ ਲਓ ਇੱਕ ਪੋਜ਼ਿਟਿਵ ਚਾਰਜ ਹੈ, पॉजिटिव चार्ज तो फील्ड लाइंस किस तरह होंगी। देखो मैं पॉजिटिव चार्ज तो फील्ड लाइंस शो कर देना, ये देखो पॉजिटिव चार्ज तो फील्ड लाइन आउटवर्ड शो कर देते हैं। सपोज इस तो दूर मैं एक और पॉजिटिव चार्ज रख देना, देखो इस तो दूर, ठीक है, ये इफेक्ट च नहीं मैं एक बार तो इस दी फील्ड लाइंस भी मैंने इस तरह शो करनी पैनी। सेम है तो इधर देखो इस हुन क्वेश्चन ये है कि अगर मैं दोनों पॉजिटिव चार्जेस दूं एक दूसरे के नेड़े ले आवां, एक दूसरे के नजदीक पई हों दोनों चार्जेस। हुन देखो ए फील्ड लाइन इधर चली जाएगी, इधर चली जाएगी, इधर चली जाएगी, इधर चली जाएगी, बट जे ए वाली फील्ड लाइन नु मैं आगे एक्सटेंड करा ते इस नु आगे एक्सटेंड करा, ये तां इधर इंटरसेक्ट करनगियां। देखो जे अगे शो कर देवा ਇਹਦਾ मतलब ਜੇ ਇਹਨਾਂ ਦੀਆਂ ਫੀਲਡ ਲਾਈਨ ਸਟ੍ਰੇਟ ਜਾਂਦੀਆਂ ਰਹਿਣਗੀਆਂ ਦੋਨੋਂ ਪੋਜ਼ਿਟਿਵ ਚਾਰजेस ਦੀਆਂ, ਇਹਦਾ ਇੰਟਰਸੈਕਟ ਕਰ ਦੇਣਗੀਆਂ, ਉਹਦਾ ਫਿਰ ਆਪਣੀ ਲਾਸਟ ਪ੍ਰੋਪਰਟੀ ਵਾਇਲੇਟ ਹੋ ਜਾਏਗੀ ਜਿਹੜੀ ਉਹਨਾਂ ਨੇ ਲਾਸਟ ਆਪਾਂ ਰੂਲ ਬਣਾਇਆ। ਇਹਦਾ मतलब ਜਦੋਂ ਦੋ ਪੋਜ਼ਿਟਿਵ ਚਾਰਜ ਹੁੰਦੇ ਆ ਇਲੈਕਟ੍ਰਿਕ ਫੀਲਡ ਲਾਈਨ ਇਸ ਤਰ੍ਹਾਂ ਚਲੀਆਂ ਜਾਂਦੀਆਂ। ਇਲੈਕਟ੍ਰਿਕ ਫੀਲਡ ਲਾਈਨ ਇੱਕ ਦੂਸਰੇ ਨੂੰ ਰਿਪੈਲ ਕਰਨਾ शुरू करती है। रेड वाली एक्चुअल, ब्लैक वाली मैं तुहानू इधर शो कर देता, इस तरह नहीं होएगा। ठीक है, तो आप इधरों की रिजल्ट करते हैं, ये रिजल्ट आ सकता है इलेक्ट्रिक फील्ड लाइंस, ध्यान ना समझना बड़ी इंपॉर्टेंट प्रॉपर्टी, इलेक्ट्रिक फील्ड लाइंस आर रिपेल्ड बाय पॉजिटिव चार्ज, ये समझना ध्यान ना, पॉजिटिव चार्ज एंड अगर नेगेटिव होंदा तो पता है उहदे वाल चलियां जानियां सी, ओरिजिनेट होकर टर्मिनेट होनियां सी, एंड अट्रैक्टेड बाय नेगेटिव चार्ज। ठीक है, आ देखो इलेक्ट्रिक फील्ड लाइन इधर जा रही सी आगे, अब ब्लैक आगे जानी सी, बट पॉजिटिव चार्ज आगे उहदे करके रिपेल हो गया। चलो मैं तुहानू इधर एक एग्जांपल नाल भी समझा देना। इधर देखो तब की होगा, सपोज इलेक्ट्रिक फील्ड लाइंस आ रही हैं, इलेक्ट्रिक फील्ड लाइन है, मैं इधर एक पॉजिटिव चार्ज रख देना, इलेक्ट्रिक फील्ड लाइन आ रही है तो पॉजिटिव चार्ज वाल कोल जाके ए वाली इलेक्ट्रिक फील्ड लाइंस रिपेल हो जाएंगे। चलो मैं एक और एग्जांपल देना है, सपोज नेगेटिव चार्ज होगा तो इतों बहुत सारिया फील्ड लाइंस आ रही हैं। ठीक है, इधर देखो बहुत सारे तो ਇਹਦੇ ਵਿੱਚੋਂ जाके की होंगियां, एक कुछ तो ਇਹਦੇ ਵਿੱਚ टर्मिनेट हो जाएंगियां राइट एंगल ट्रायंगल ते, राइट एंगल सॉरी राइट एंगल ਦੇ ਉੱਪਰ ਜਿੰਨੀ ਕਿ ਇਸ ਦੀ ਕੈਪੈਸਿਟੀ ਹੋਏਗੀ ਮੈਗਨੀਟਿਊਡ ਦੇ ਅਕੋਰਡਿੰਗ ਜਿੰਨੀਆਂ ਇਹ ਇਸ ਦੇ ਵਿੱਚ ਟਰਮੀਨੇਟ ਹੋ ਸਕਦੀਆਂ ਇਹਦੇ ਵੱਲ ਆ ਜਾਣਗੀਆਂ, ਬਾਕੀ ਵੀ ਇਹਦੇ ਵੱਲ ਅਟਰੈਕਟ ਹੋ ਜਾਣਗੀਆਂ, ਬਟ ਜਿਹੜੀਆਂ ਨਹੀਂ ਇਹਦੇ ਵਿੱਚ ਟਰਮੀਨੇਟ ਹੋਣਗੀਆਂ ਉਹ ਅੱਗੇ ਚਲੀਆਂ ਜਾਣਗੀਆਂ, क्योंकि बाकी दे विच जेहड़ियां टर्मिनेट होनियां या ओरिजिनेट होनियां तो मैग्नीट्यूड ते डिपेंड करदा, जिन्नी होनियां मतलब कुल कहने का मतलब तो है कि अगर इलेक्ट्रिक फील्ड लाइन है पॉजिटिव तो अवे चलियां जाणगियां, नेगेटिव चार्ज दे वाल अट्रैक्ट हो जाणगियां, जिन्नियां उहदे विच टर्मिनेट हो सकदियां उहदे मैग्नीट्यूड दे अकॉर्डिंग हो गईयां, बाकी कोई नहीं, अट्रैक्ट होने तो बाद अगे चलियां गईयां। ठीक है, इसनूं एक बार नोट करो।
ਇਸ ਤੋਂ ਬਾਅਦ ਇੱਕ ਲਾਸਟ ਪ੍ਰੋਪਰਟੀ ਕੀ ਹੈਗੀ ਹੈ ਕਿ ਜੋ ਇਲੈਕਟ੍ਰਿਕ ਫੀਲਡ ਲਾਈਨਸ ਨੇ ਜੋ ਇਕੁਅਲੀ ਸਪੇਸਡ ਹੋਣਗੀਆਂ ਐਂਡ ਪੈਰਲਲ ਹੋਣਗੀਆਂ, ਇਸ ਤਰ੍ਹਾਂ ਦੇਖੋ ਪੈਰਲਲ ਐਂਡ ਇਕੁਅਲੀ ਸਪੇਸਡ, ਆ ਦੇਖੋ ਹਰ ਜਗ੍ਹਾ ਦੇ ਵਿੱਚ ਸਪੇਸਿੰਗ ਸੇਮ ਹੈ ਐਂਡ ਪੈਰਲਲ ਹੈਗੀਆਂ, ਠੀਕ ਹੈ। ਇੱਧਰ ਵੀ, ਇੱਧਰ ਦੇਖੋ ਪੈਰਲਲ ਵੀ ਹੈਗੀਆਂ ਐਂਡ ਹਰ ਜਗ੍ਹਾ ਤੇ ਸਪੇਸਿੰਗ ਕੀ ਹੈਗੀ ਹੈ सेम, इकल्ला पैरेलल नाल नहीं होएगा। हुन देखो ए की होएगा, ए रिप्रेजेंट करेगा यूनिफॉर्म इलेक्ट्रिक फील्ड। देखो हर जगह ते क्लोजनेस की हैगी है सेम हैगी है, तो पैरेलल भी है। तो देखो भावें मैं जिन्ने मर्जी पॉइंट्स लवां ए बी सी, तिन्ना दे उपर इलेक्ट्रिक फील्ड इंटेंसिटी दी वैल्यू की होगी सेम होगी। एक चीज का ध्यान रखना, मैं स्पेशल वर्ड यूज किया इक्वली पैरेलल एंड इक्वली स्पेस, कल्ले पैरेलल नाल नहीं होएगा। हुन देखो जे मैं पैरेलल बना देवां, इधर देखो है तो यह पैरेलल, बट इन्हां दे विच स्पेसिंग इक्वल थोड़ी है। हुन जे मैं इधर गल करां ए पॉइंट दी एंड बी पॉइंट की, तो तुहानू दिख ही रहा बी ते इलैक्ट्रिक फील्ड इंटेंसिटी की वैल्यू ए दे कंपैरेटिव की होगी ज्यादा ही होएगी। तो इसनू आपां यूनीफॉर्म नहीं, इसनू नॉन यूनीफॉर्म कह दांगे। नॉन यूनीफॉर्म की चलो मैं एक और एग्जांपल दे देना, चलो मैं इस तरह बना देना, आ देखो इन्हां दे विच जिहड़ा डिस्टेंस हैगा फील्ड लाइन दे विच वो की हुंदा जांदा है, क्लोजनेस इधर अलग है, जिवें जिवें इधर जा रहा है क्लोजनेस चेंज हो रही है। तो इसनू तुसी कहोगे नॉन यूनीफॉर्म इलैक्ट्रिक फील्ड, ठीक है। यूनीफॉर्म इलैक्ट्रिक फील्ड नूं आपां इक्वली एंड पैरेलल जिहड़ियां होणगीਆਂ इक्वली स्पेस्ड एंड पैरेलल लाइन्स ना शो करांगे। एक बार इसनू नोट करो, ठीक है। लास्ट ਦੇ ਵਿੱਚ प्रॉपर्टीज तो हो गया, मैं आपके ਵੱਲੋਂ ना एक IIT ਲੈਵਲ ਦਾ क्वेश्चन ਕਰਵਾਉਣਾ। ਇਹ ਪਹਿਲਾਂ ਐਗਜ਼ਾਮ ਦੇ ਵਿੱਚ ਆਇਆ ਹੋਇਆ JEE ਵਗੈਰਾ ਦੇ ਵਿੱਚ, ਮੈਨੂੰ ਵਧੀਆ ਕੁਐਸਚਨ ਲੱਗਿਆ। ਇਹ ਜੇ ਕਿ ਨਵਾਂ ਕਨਸੈਪਟ ਲੱਗੇਗਾ, ਠੀਕ ਹੈ, ਉਹ ਬੋਰਡ ਐਗਜ਼ਾਮ ਦੇ ਵਿੱਚ ਤਾਂ ਜ਼ਰੂਰਤ ਨਹੀਂ, ਕੰਪੀਟੀਸ਼ਨ ਦੇ ਵਿੱਚ ਬੜੀ ਹੈਲਪ ਕਰੇਗਾ। ਜਿਵੇਂ ਮੰਨ ਲਓ ਤੁਹਾਡੇ ਕੋਲੇ ਇੱਕ +2 Q ਚਾਰਜ ਹੈ, ਇੱਕ -Q ਚਾਰਜ ਹੈ, ਮੈਂ ਇਹਦੀਆਂ ਫੀਲਡ ਲਾਈਨਸ ਬਣਾਉਣੀਆਂ। ਹੁਣ ਦੇਖੋ ਧਿਆਨ ਨਾਲ, ਹੁਣ ਦੇਖੋ ਚਲੋ ਮੈਂ ਕੀ ਕਰਦਾ, ਮੈਂ ਇੱਕ ਫੀਲਡ ਲਾਈਨ ਇਹਦੀ ਇੱਧਰ ਬਣਾ ਦਿੰਦਾ, ठीक है, एक इधर बना देती, एक इधर बना देती एंड एक इधर बना देती, ठीक है। मैं इस दियां ओरिजिनेट होईयां, इस दियां टर्मिनेट कर दिंदे आं आपां। देखो ना, देखो मैं की कीता, ਉਹਦੇ 4 ਸੈਕਸ਼ਨ ਬਣਾ ਲਏ ਇਸ ਤਰ੍ਹਾਂ 1 2 3 4। ਹੁਣ ਬਟ ਇਹਦੇ ਵਿੱਚ ਕੀ ਹੈ, ਇਹ ਜਿਹੜਾ ਚੱਲ ਰਿਹਾ ਇਹਦਾ ਮੈਗਨੀਟਿਊਡ ਇਹਦੇ ਨਾਲੋਂ ਡਬਲ ਹੈ, ਤਾਂ ਇਹਦੇ ਵਿੱਚ ਡਬਲ ਇਲੈਕਟ੍ਰਿਕ ਫੀਲਡ ਲਾਈਨਸ ਹੋਣੀਆਂ ਚਾਹੀਦੀਆਂ ਸੀ। ਇਹਦਾ ਮਤਲਬ ਇੱਧਰ 4 ਹੈ ਤਾਂ ਇੱਧਰੋਂ ਕਿੰਨੀਆਂ ਹੋਣੀਆਂ ਚਾਹੀਦੀਆਂ ਸੀਗੀਆਂ 8। ਮੈਂ ਇੱਧਰ ਸ਼ੋ ਕਰ ਦਿੰਦਾ, ਚਲੋ ਇੱਧਰ 1 ਹੈ, ਇਸ ਸੈਕਸ਼ਨ ਦੇ ਵਿੱਚ 1 ਹੈ, ਮੈਂ 2 ਸ਼ੋ ਕਰ ਦਿੰਦਾ, ਇੱਧਰ ਦੇਖੋ 2। ਹੁਣ ਹੋਏਗਾ ਕਿ ਮੈਨੂੰ ਦੱਸੋ, ਇਹ ਜਿਹੜੀਆਂ ਫੀਲਡ ਲਾਈਨਾਂ ਪੋਜ਼ਿਟਿਵ ਤੋਂ ਨਿਕਲ ਕੇ ਨੈਗੇਟਿਵ ਤਾਂ ਜਾਣਗੇ, ਤਾਂ ਕੀ ਹੋਏਗਾ ਦੇਖਦੇ ਜਾਓ ਕੁਐਸਚਨ ਦੇ ਵਿੱਚ। ਤਾਂ ਕੀ ਹੋਊਗਾ, ਇਹ ਤਾਂ ਇਹਦੇ ਕੋਲੇ ਚਲੀ ਗਈ, ਇਹ ਦੇਖੋ ਇਹਨੇ ਕਲੋਜ਼ ਪਾਥ, ਤੇ ਇਹ ਵਾਲੀਆਂ ਵੀ ਇਸਦੀਆਂ ਕਲੋਜ਼ ਪਾਥ ਚਲੀ ਗਈ, ਇਹ ਇਸ ਦੇ ਵਿੱਚ ਚਲੀ ਜਾਊਗੀ, ਠੀਕ ਹੈ। ਤੁਸੀਂ ਪੌਜ਼ ਕਰਕੇ ਦੁਬਾਰਾ ਦੇਖਦੇ ਰਹਿਣਾ, ਇਹ ਵਾਲੀ, ठीक है, तुसी ये प्रॉपर तरीके ना बना लेना, ये इस दे विच चली गई, ठीक है। ये तो तुहानू पता है जो 4 ओरिजिनेट होईयां ते 4 अंदर चलियां गईयां, बट तुसी कि देखो ये 4 फील्ड लाइन इस तरह ही बाहर जांदियां रहणगीआं, इस तरह ही बाहर जांदियां रहणगीआं। देखो हजे तक तो आपां जिस लैवल की गल करदे अपने अकॉर्डिंग बिल्कुल सही बनाया, बट जे आपां प्रॉपर तरीके नाल देखिए कि अगर मैं इस सिस्टम नू बहुत दूर तो देखना होवे तो फील्ड लाइन एवं नजर आउणगीआं। हुण देखो ये टोटल की है, मान लो इनू मैं एक सिस्टम मान लिया, एक प्रॉपर एक सिस्टम मान लिया, तो ਇਹਦੇ ਵਿੱਚ 4 ਲਾਈਨਸ ਤਾਂ ਇਹ ਚਲੀਆਂ ਗਈਆਂ। ਆਪਾਂ ਨੂੰ ਇਹ ਬਹੁਤ ਦੂਰ ਤੋਂ ਦੇਖਾਂਗੇ ਤਾਂ ਆਪਾਂ ਨੂੰ ਇਹ ਅਲੱਗ-ਅਲੱਗ ਤਾਂ ਨਜ਼ਰ ਆਉਣਗੇ ਨਹੀਂ, ਇਹ ਇਕੱਠੇ ਹੀ ਨਜ਼ਰ ਆਉਣਗੇ ਨਾ। ਜੇ ਬਹੁਤ ਦੂਰ ਤੋਂ ਦੇਖਾਂਗੇ ਤਾਂ ਇਹ ਵਾਲੇ ਚਾਰਜ ਤੇ ਇਹ ਵਾਲੇ ਚਾਰਜ ਇਕੱਠੇ ਨਜ਼ਰ ਆਉਣਗੇ, ਤਾਂ ਆਹ ਵਾਲੀਆਂ ਫੀਲਡ ਲਾਈਨ ਤਾਂ ਆਪਾਂ ਨੂੰ ਨਜ਼ਰ ਆਉਣੀਆਂ ਨਹੀਂ ਹੈਗੀਆਂ। ਇਹ ਤਾਂ ਆਪਾਂ ਨੂੰ ਫੀਲਡ ਲਾਈਨ ਜਦੋਂ ਅੰਦਰ ਹੀ ਉਹਦੇ
ਟਰਮੀਨੇਟ ਹੋ ਗਈਆਂ, ਨਜ਼ਰ ਨਹੀਂ ਆਉਣਗੀਆਂ ਆਪਾਂ ਨੂੰ। ਸਿਰਫ ਕਿਹੜੀਆਂ ਨਜ਼ਰ ਆਉਣਗੀਆਂ? ਇਹ ਵਾਲੀਆਂ। ਤੁਹਾਨੂੰ ਕੀ ਲੱਗਦਾ ਇਹ ਫੀਲਡ ਲਾਈਨਸ ਇਸ ਤਰ੍ਹਾਂ ਬਾਹਰ ਨਿਕਲ ਜਾਣਗੀਆਂ? ਇਸ ਤਰ੍ਹਾਂ ਬਾਹਰ ਨਿਕਲ ਗਈਆਂ। ਆਪਾਂ ਕੀ ਕਹਿ ਰਹੇ ਆ, ਇਹ ਇਸ ਤਰ੍ਹਾਂ ਹੋਏਗਾ। ਹੁਣ ਜੇ ਇਸ ਤਰ੍ਹਾਂ ਹੋਇਆ ਤਾਂ ਤੁਹਾਨੂੰ ਇਹ ਇਸ ਤਰ੍ਹਾਂ ਦੀ ਕੰਡੀਸ਼ਨ ਬਣ ਗਈ ਕਿ ਬਹੁਤ ਦੂਰ ਤੋਂ ਦੇਖੋਗੇ ਇਹ ਇੱਕ ਹੀ ਚਾਰਜ ਨਜ਼ਰ ਆਊਗਾ, ਜਿਵੇਂ +2 ਕਿਊ ਹੈ, ਇਹ -q, ਨੈਟ ਕਿੰਨਾ ਰਹਿ ਗਿਆ? +q। ਠੀਕ ਹੈ, ਤੁਹਾਨੂੰ ਇੱਕ ਚਾਰਜ ਨਜ਼ਰ ਆਇਆ, +2 ਕਿਊ -q, ਤੇ ਇਹਦੇ ਵਿੱਚੋਂ ਇਹ ਵਾਲੀਆਂ ਤਾਂ ਨਜ਼ਰ ਹੀ ਨਹੀਂ ਆ ਰਹੀਆਂ, ਇਸ ਬਾਕਸ ਦੇ ਵਿੱਚੋਂ ਬਾਹਰ ਆਉਂਦੀਆਂ, ਮਤਲਬ ਜੋ ਕਿ ਆਪਾਂ ਨੂੰ ਇੰਨਾ ਰੀਜਨ ਨਜ਼ਰ ਆ ਰਿਹਾ, ਉਹਦੇ ਵਿੱਚੋਂ ਸਿਰਫ ਕਿੰਨੀਆਂ ਨਜ਼ਰ ਆ ਰਹੀਆਂ? 1 2 3 4, ਆ ਦੇਖੋ 4, ਇੱਕ ਇੱਧਰ ਚਲੀ ਗਈ, ਇੱਕ ਇੱਧਰ ਚਲੀ ਗਈ। ਬਟ ਮੈਨੂੰ ਦੇਖ ਕੇ ਦੱਸੋ ਤੁਸੀਂ, ਇਹ ਤਾਂ ਰੂਲ ਹੀ ਨਹੀਂ ਬਣਿਆ, ਸਿਮੈਟ੍ਰਿਕ ਹੋਣਾ ਚਾਹੀਦਾ। ਐਵੇਂ ਥੋੜੀ ਹੈ ਕਿ ਇੱਕ ਚਾਰਜ ਉਹਦੇ ਵਿੱਚੋਂ 4 ਫੀਲਡ ਲਾਈਨਸ ਨਿਕਲੀਆਂ, ਇੱਕ ਸਾਈਡ ਤੋਂ ਨਿਕਲਣੀਆਂ, ਦੂਜੀ ਸਾਈਡ ਦਾ ਕੀ ਕਰਾਂਗੇ ਆਪਾਂ? ਉਧਰੋਂ ਨਹੀਂ ਨਿਕਲੀਆਂ। ਇਹ ਐਕਚੁਅਲ ਦੇ ਵਿੱਚ ਤੁਹਾਨੂੰ ਪਤਾ ਕੀ ਹੋਣਾ ਚਾਹੀਦਾ ਸੀਗਾ? ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਜੇ ਅਗਰ ਇਹ +q ਚਾਰਜ ਹੁੰਦਾ, ਤੁਹਾਨੂੰ ਪਤਾ ਫੀਲਡ ਲਾਈਨ ਦਾ ਇਹਦੇ ਵਿੱਚੋਂ ਇਸ ਤਰ੍ਹਾਂ ਬਾਹਰ ਆਉਣੀਆਂ ਚਾਹੀਦੀਆਂ ਸੀਗੀਆਂ, ਹਰ ਜਗ੍ਹਾ ਤੋਂ ਬਾਹਰ ਆਉਂਦੀਆਂ ਨਜ਼ਰ ਆਉਣੀਆਂ ਚਾਹੀਦੀਆਂ। ਠੀਕ ਹੈ, ਐਕਚੁਅਲ ਵਿੱਚ ਇਹ ਤਾਂ ਹੋ ਨਹੀਂ ਸਕਦਾ। ਜੇ ਇਹ ਡਾਇਗਰਾਮ ਮੰਨ ਕੇ ਚੱਲਾਂਗੇ ਤਾਂ ਇਹ ਵਾਲਾ ਰਿਜ਼ਲਟ ਨਿਕਲ ਰਿਹਾ। ਜੇ ਆਪਾਂ ਇਹ ਵਾਲਾ ਰਿਜ਼ਲਟ ਕੱਢਣਾ ਹੈ ਤਾਂ ਤੁਹਾਨੂੰ ਪਤਾ ਕੀ ਹੋਊਗਾ? ਇਹ ਜਿਹੜੀਆਂ ਫੀਲਡ ਲਾਈਨ ਹੈ ਐਕਚੁਅਲ ਦੇ ਵਿੱਚ ਪਤਾ ਕੀ ਹੋਊਗਾ? ਇਹ ਇਧਰੋਂ ਬੈਂਡ ਹੋਊਗੀ, ਇਹ ਜਾ ਕੇ ਇਧਰੋਂ ਬਾਹਰ ਆਏਗੀ। ਇਹਨਾਂ ਵਿੱਚੋਂ ਇੱਕ ਜਿਹੜੀ ਹੈਗੀ ਹੈ ਇਹ ਇਧਰੋਂ ਬਾਹਰ ਆਏਗੀ, ਤੇ ਇਹ ਜਿਹੜੀਆਂ ਹੈਗੀਆਂ ਇਹ ਐਜ਼ ਇਟ ਇਜ਼ ਹੀ ਬਾਹਰ ਆਉਂਦੀਆਂ ਨਜ਼ਰ ਆਉਣਗੀਆਂ। ਮਤਲਬ ਜਿਹੜੀਆਂ ਚਾਰ ਹੈਗੀਆਂ, ਜਿਹੜੀਆਂ ਚਾਰ ਇਲੈਕਟ੍ਰਿਕ ਫੀਲਡ ਲਾਈਨਸ ਬਣੀਆਂ, ਤੁਸੀਂ ਇਹਨੂੰ ਇੱਕ ਸਰਕਲ ਦੇ ਵਿੱਚ ਇਨਕਲੋਜ਼ ਕਰਕੇ ਉਹ 4 ਨੂੰ ਇਕੁਅਲੀ ਬੈਂਡ ਕਰਕੇ ਉਧਰ ਦੀ ਭੇਜਣਾ ਪੈਣਾ ਸੀਗਾ। ਹੁਣ ਅਗਰ ਤੁਸੀਂ ਇਸ ਡਾਇਗਰਾਮ ਨੂੰ ਦੇਖੋਗੇ ਤਾਂ ਤੁਹਾਨੂੰ ਕਿਵੇਂ ਨਜ਼ਰ ਆਊਗਾ? ਦੇਖੋ ਮੈਂ ਸਾਰੀ ਇਹਨੂੰ ਲਿਆ, ਇਹਦੇ ਵਿੱਚ ਕਿੰਨਾ ਚਾਰਜ ਰਿਹਾ? +q। ਇੱਕ ਦੱਸੋ ਮੈਨੂੰ ਕਿੱਧਰੋਂ ਬਾਹਰ ਆ ਰਹੀ ਹੈਗੀ ਹੈ? ਜਿਹੜੀਆਂ ਬਲੈਕ ਕਲਰ ਵਾਲੀਆਂ, ਰੈੱਡ ਕਲਰ ਵਾਲੀਆਂ ਨਹੀਂ, ਇੱਕ ਤਾਂ ਇਹ ਵਾਲੀ ਬਾਹਰ ਆ ਗਈ, ਇੱਕ ਇਧਰੋਂ ਬਾਹਰ ਚਲੀ ਗਈ, ਇੱਕ ਇਧਰੋਂ ਬਾਹਰ ਚਲੀ ਗਈ, ਇੱਕ ਇਧਰੋਂ ਬਾਹਰ ਚਲੀ ਗਈ। ਇਹ ਤਾਂ ਆਪਣਾ ਸਿਸਟਮ ਸਹੀ ਹੋ ਗਿਆ। ਇਹਨੂੰ ਪੌਜ਼ ਕਰਕੇ ਧਿਆਨ ਨਾਲ ਦੁਬਾਰਾ ਦੇਖਣਾ ਇਹ ਕੁਐਸਚਨ ਨੂੰ। ਠੀਕ ਹੈ, ਓਕੇ। ਨਾਲ ਦੀ ਆਪਾਂ ਹੋਰ ਇੱਕ ਐਗਜ਼ਾਮਪਲ ਕਰਦੇ ਹਾਂ ਜਿਸ ਨੂੰ ਫॉर ਪੋਜੀਸ਼ਨ ਕਨਸੈਪਟ ਕਹਿ ਦਿੰਦੇ ਆ ਆਪਾਂ। ਮਤਲਬ ਕਿਸੇ ਵੀ ਜੋ ਵੀ ਆਪਣੇ ਕੋਲੇ ਕੰਡੀਸ਼ਨ ਸਿਚੁਏਸ਼ਨ ਦਿੱਤੀ ਉਹਨੂੰ ਆਪਾਂ ਮੰਨ ਕੇ ਚੱਲੀਏ, ਬਹੁਤ ਦੂਰੋਂ ਦੇਖਣ ਦੀ ਕੋਸ਼ਿਸ਼ ਕਰੀਏ। ਸਪੋਜ਼ ਤੁਹਾਡੇ ਕੋਲ ਨਾ, ਮੈਂ ਕਰ ਲੈਣਾ ਦੋ, ਪਹਿਲੇ ਹੀ ਬਣਾ ਦਿੱਤੀ ਡਾਇਗਰਾਮ ਟਾਈਮ ਸੇਵ ਕਰਨ ਲਈ। ਤੁਹਾਡੇ ਕੋਲੇ ਦੋ ਸਫੀਅਰ ਹੈ, ਜਿਵੇਂ ਮੈਂ ਇੱਧਰ ਇਹ ਦੇਖੋ, ਮੰਨ ਲਓ ਤੁਹਾਡੇ ਕੋਲੇ ਚਾਰਜਡ ਹੈਗਾ, ਚਾਰਜਡ ਸਫੀਅਰ ਹੈਗਾ। ਆਪਾਂ ਕੀ ਕਹਿ ਦਿੰਦੇ ਆ, ਇਹਦੇ ਹਾਫ ਦੇ ਉੱਤੇ ਕੀ ਹੈਗਾ? ਪੋਜ਼ਿਟਿਵ ਚਾਰਜ ਹੈ, ਨੀਚੇ ਵਾਲੇ ਹਾਫ ਦੇ ਉੱਤੇ ਉਨਾ ਹੀ ਨੈਗੇਟਿਵ ਚਾਰਜ ਹੈ। ਹੁਣ ਮੈਂ ਤੁਹਾਨੂੰ ਕਹਿੰਦਾ ਇਹਦੇ ਵਿੱਚੋਂ ਮੈਂ ਇਲੈਕਟ੍ਰਿਕ ਫੀਲਡ ਲਾਈਨ ਸ਼ੋ ਕਰ ਰਿਹਾ, ਦੱਸੋ ਇਹ ਸਹੀ ਹੈ ਕਿ ਇਹ ਸਹੀ ਹੈ? ਹੁਣ ਦੇਖੋ, ਹੁਣ ਇਹਦੇ ਵਿੱਚ ਕੀ ਹੈ, ਤਾਂ ਗੱਲ ਦੋਨਾਂ ਕੇਸਾਂ ਦੇ ਵਿੱਚ ਸਹੀ ਹੈ। ਦੇਖੋ ਇਲੈਕਟ੍ਰਿਕ ਫੀਲਡ ਲਾਈਨ ਇਧਰੋਂ ਮੈਂ ਕੀ ਕੀਤੀ ਹੈ, ਪੋਜ਼ਿਟਿਵ ਦੇ ਵਿੱਚੋਂ ਆਊਟਵਰਡ ਗਈ ਹੈ, ਨੈਗੇਟਿਵ ਦੇ ਵਿੱਚ ਕੀ ਹੋਈ ਹੈ, ਐਂਟਰ ਹੋਈ ਹੈਗੀ ਹੈ। ਠੀਕ ਹੈ, ਪੋਜ਼ਿਟਿਵ ਤੋਂ ਬਾਹਰ ਗਈ ਹੈ, ਨੈਗੇਟਿਵ ਦੇ ਵਿੱਚ ਐਂਟਰ ਹੋਈ ਹੈ, ਕੋਈ ਪ੍ਰੋਬਲਮ ਨਹੀਂ। 90 ਡਿਗਰੀ ਦਾ ਐਂਗਲ ਵੀ ਬਣਾਇਆ ਮੈਂ, ਕੋਈ ਲਾਈਨ ਇੰਟਰਸੈਕਟ ਵੀ ਨਹੀਂ ਕਰਾਈ। ਤੇ ਇੱਧਰ ਮੈਂ ਕੀ ਕਰਾਇਆ, ਪੋਜ਼ਿਟਿਵ ਤੋਂ ਨਿਕਲ ਕੇ ਨੈਗੇਟਿਵ ਚ ਇਸ ਤਰ੍ਹਾਂ ਐਂਟਰ ਕਰਤੀ। ਠੀਕ ਹੈ, ਇਹਦੇ ਵਿੱਚ ਮੈਂ ਸ਼ੋ ਨਹੀਂ ਕੀਤਾ। ਹੁਣ ਦੇਖੋ ਸਹੀ ਕਿਹੜੀ ਹੈ। ਹੁਣ ਇਹ ਦੋਨੋਂ ਕੰਡੀਸ਼ਨਸ ਨੂੰ ਤੁਸੀਂ ਬਹੁਤ ਦੂਰ ਤੋਂ ਦੇਖਣ ਦੀ ਕੋਸ਼ਿਸ਼ ਕਰੋ। ਮੰਨ ਲਓ ਇਹਨੂੰ ਤੁਸੀਂ ਇੱਕ ਬਾਕਸ ਦੇ ਵਿੱਚ ਇਨਕਲੋਜ਼ ਕਰ ਲਿਆ, ਤਾਂ ਤੁਹਾਨੂੰ ਇਹ ਸਾਰਾ ਸਿਸਟਮ ਇੱਕ ਛੋਟਾ ਜਿਹਾ ਪੁਆਇੰਟ ਨਜ਼ਰ ਆਊਗਾ, ਛੋਟਾ ਜਿਹਾ ਪੁਆਇੰਟ ਨਜ਼ਰ ਆਊਗਾ। ਹੁਣ ਮੈਨੂੰ ਦੱਸੋ ਇਹਦੇ ਵਿੱਚ ਤੁਹਾਨੂੰ ਕੀ ਹੈ, ਜਿੰਨਾ ਪੋਜ਼ਿਟਿਵ ਚਾਰਜ ਹੈ ਉਨਾ ਹੀ ਕੀ ਹੈਗਾ, ਮੈਨੂੰ ਦੱਸੋ, ਨੈਗੇਟਿਵ ਚਾਰਜ। ਜਿੰਨਾ ਪੋਜ਼ਿਟਿਵ ਚਾਰਜ ਹੈ ਨੈਗੇਟਿਵ ਚਾਰਜ ਵੀ ਹੁੰਦਾ। ਇਹ ਤਾਂ ਕੈਂਸਲ ਹੋ ਜਾਣਾ ਚਾਹੀਦਾ। ਜੇ ਪੋਜ਼ਿਟਿਵ ਨੈਗੇਟਿਵ ਕੈਂਸਲ ਹੋ ਗਿਆ ਤਾਂ ਨੈਟ ਚਾਰਜ ਤਾਂ ਜ਼ੀਰੋ। ਇਹਦਾ ਮਤਲਬ ਆਪਾਂ ਕੀ ਕਹਿ ਸਕਦੇ ਹਾਂ, ਬਾਹਰ ਤਾਂ ਤੁਹਾਨੂੰ ਕੋਈ ਫੀਲਡ ਨਜ਼ਰ ਹੀ ਨਹੀਂ ਆਉਣੀ ਚਾਹੀਦੀ ਸੀ, ਕਿ ਦੂਰੋਂ ਬਹੁਤ ਦੂਰ ਤੋਂ ਜਿਹਨਾਂ ਨੂੰ ਇੱਕ ਆਇਡੈਂਟੀਟੀ ਮੰਨਦੇ, ਬਟ ਤੁਹਾਨੂੰ ਤਾਂ ਇਹ ਨਜ਼ਰ ਆ ਰਹੀਆਂ। ਇਹ ਵੀ ਨਜ਼ਰ ਆਊਗੀ, ਇਹ ਵੀ ਨਜ਼ਰ ਆਊਗੀ, ਇਹ ਵੀ ਆ ਰਹੀ ਹੈ, ਇਹ ਵੀ ਆ ਰਹੀ ਹੈ, ਇਹ ਵੀ ਆ ਰਹੀ ਹੈ। ਨਜ਼ਰ ਹੈ, ਉਵੇਂ ਨਜ਼ਰ ਨਹੀਂ ਕਹਿ ਰਹੇ ਮੈਂ, ਨਜ਼ਰ ਆਪਾਂ ਇਮੇਜਿਨਰੀ ਚੀਜ਼ ਲੈ ਕੇ ਚੱਲਦੇ ਆ ਕਿ ਅਗਰ ਆਪਾਂ ਇਹ ਹੁੰਦੀਆਂ ਇਹ ਤਾਂ ਇਹ ਵੀ ਆਉਂਦੀ, ਇਹ ਵੀ ਆਉਂਦੀ, ਸਾਰੀਆਂ ਹੀ ਨਜ਼ਰ ਆਉਂਦੀਆਂ ਇਹ ਵਾਲੀਆਂ, ਤਾਂ ਇਹ ਤਾਂ ਪੋਸੀਬਲ ਹੀ ਨਹੀਂ ਹੈਗਾ। ਹੁਣ ਇੱਧਰ ਵੀ ਕੀ ਹੈ, ਆਪਾਂ ਵੀ ਸੇਮ ਕੀਤਾ, 90 ਡਿਗਰੀ ਤੇ ਓਰੀਜਿਨੇਟ ਕੀਤੀਆਂ ਤੇ 90 ਡਿਗਰੀ ਤੇ ਹੀ ਟਰਮੀਨੇਟ ਕਰ ਦਿੱਤੀਆਂ। ਬਟ ਆਪਾਂ ਜਦੋਂ ਬਹੁਤ ਦੂਰ ਤੋਂ ਦੇਖਾਂਗੇ, ਮੈਨੂੰ ਦੱਸੋ ਕੋਈ ਫੀਲਡ ਲਾਈਨ ਬਾਹਰ ਨਜ਼ਰ ਆ ਰਹੀ ਹੈ? ਨਹੀਂ। ਤੇ ਸਹੀ ਵੀ ਹੈ, ਜਿੰਨਾ ਪੋਜ਼ਿਟਿਵ ਉਹਨਾਂ ਨੈਗੇਟਿਵ, ਨੈਟ ਚਾਰਜ ਜ਼ੀਰੋ, ਤਾਂ ਉਹਦੇ ਵਿੱਚੋਂ ਕੋਈ ਵੀ ਫੀਲਡ ਲਾਈਨ ਬਾਹਰ ਨਹੀਂ ਆਊਗੀ। ਤਾਂ ਇਹਦਾ ਮਤਲਬ ਇਹ ਵਾਲੀ ਡਾਇਗਰਾਮ ਜਿਹੜੀ ਹੈਗੀ ਹੈ ਇਹ ਸਹੀ ਹੈ, ਇਹ ਵਾਲੀ ਡਾਇਗਰਾਮ ਗਲਤ ਹੈ। ਠੀਕ ਹੈ, ਇਹ ਜਿਹੜੇ ਬੋਰਡ ਐਗਜ਼ਾਮ ਦੇ ਵਿੱਚ ਤਾਂ ਆਉਂਦੇ ਨਹੀਂ ਹੁੰਦੇ ਕੁਐਸਚਨਸ, ਮੈਂ ਵੈਸੇ ਹੀ ਕਰਵਾ ਦਿੱਤੇ। ਮੈਂ ਅਸਾਈਨਮੈਂਟ ਦੇ ਵਿੱਚ ਇਸ ਟਾਈਪ ਦੇ ਹੋਰ ਵੀ ਕੁਐਸਚਨ ਦੇਵਾਂਗਾ, ਆਪਾਂ ਉਧਰੋਂ ਹੋਰ ਵੀ ਪ੍ਰੈਕਟਿਸ ਕਰ ਲਾਂਗੇ। ਇੱਕ ਵਾਰ ਤੁਸੀਂ ਇਸ ਕਨਸੈਪਟ ਨੂੰ ਸਮਝ ਲਓ ਕਿ ਅਗਰ ਦੋ ਮਿਕਸ ਚਾਰਜ ਹੋਣ, ਪੋਜ਼ਿਟਿਵ ਐਂਡ ਨੈਗੇਟਿਵ,
ਪੋਜ਼ਿਟਿਵ ਐਂਡ ਨੈਗੇਟਿਵ ਚਾਰਜ ਹੋਣ ਤੇ ਉਹਨਾਂ ਨੂੰ ਬਹੁਤ ਫਾਰ ਪੋਜੀਸ਼ਨ ਤੋਂ ਦੇਖਣਾ ਹੋਵੇ, ਉਹਨਾਂ ਨੇ ਮੈਂਸ਼ਨ ਕੀਤਾ ਹੋਵੇ ਕਿ ਇਹਨਾਂ ਨੂੰ ਫਾਰ ਪੋਜੀਸ਼ਨ ਤੋਂ ਦੇਖਣਾ, ਤਦ ਕਿਵੇਂ ਕਰਨਾ ਹੈ। ਠੀਕ ਹੈ, ਬਾਕੀ ਜਿਹੜਾ ਮੇਨ ਹੈਗਾ ਉਹ ਤਾਂ ਜਿਹੜੀਆਂ ਪਹਿਲਾਂ ਮੈਂ ਪ੍ਰੋਪਰਟੀਜ਼ ਕਰਾਤੀਆਂ, ਪਹਿਲਾਂ 12 ਪ੍ਰੋਪਰਟੀਜ਼ ਕਰਾਈਆਂ, ਉਹੀ ਤੁਸੀਂ ਧਿਆਨ ਨਾਲ ਸਮਝਣਾ, ਇਹ ਵੈਸੇ ਹੀ ਤੁਹਾਨੂੰ ਐਕਸਟਰਾ ਕਰਵਾਇਆ। ਓਕੇ ਹਾਂਜੀ ਸਟੂਡੈਂਟਸ, ਨੈਕਸਟ ਇੱਕ ਇੰਪੋਰਟੈਂਟ ਆਰਟੀਕਲ ਜਿਹੜਾ ਆਪਾਂ ਸ਼ੁਰੂ ਕਰਨਾ ਹੈ, ਉਹ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਟਰਮ ਸਮਝਾਉਣਾ ਚਾਹੁੰਦਾ ਹੈ, ਸ਼ਾਰਟ ਇਲੈਕਟ੍ਰਿਕ ਡਾਈਪੋਲ ਜਾਂ ਆਈਡੀਅਲ ਇਲੈਕਟ੍ਰਿਕ ਡਾਈਪੋਲ। ਠੀਕ ਹੈ, ਇਲੈਕਟ੍ਰਿਕ ਡਾਈਪੋਲ ਤਾਂ ਆਪਾਂ ਨੂੰ ਪਤਾ ਹੀ ਹੈ ਜੋ ਆਪਾਂ ਹੁਣੇ ਕੀਤਾ ਹੈਗਾ ਹੈ ਨਾ। ਸ਼ਾਰਟ ਇਲੈਕਟ੍ਰਿਕ ਡਾਈਪੋਲ ਜਾਂ ਆਈਡੀਅਲ ਇਲੈਕਟ੍ਰਿਕ ਡਾਈਪੋਲ ਕੀ ਹੈਗਾ, ਸੇਮ ਨੇਮ ਹੈਗੇ ਆ, ਸ਼ਾਰਟ ਐਂਡ ਆਈਡੀਅਲ ਇਲੈਕਟ੍ਰਿਕ ਡਾਈਪੋਲ। ਕਈ ਜਗ੍ਹਾ ਇਹ ਦੱਸਿਆ ਜਾਂਦਾ ਕਿ ਸ਼ਾਰਟ ਇਲੈਕਟ੍ਰਿਕ ਡਾਈਪੋਲ ਕੀ ਹੋਏਗਾ, ਉਹ ਬਹੁਤ ਛੋਟਾ ਹੋ ਜਾਏ, ਬਟ ਇਸ ਤਰ੍ਹਾਂ ਨਹੀਂ ਹੈ ਰਾਜੇ। ਉਹਦੇ 'ਚ ਇੱਕ ਸਪੈਸ਼ਲ ਕੰਡੀਸ਼ਨ ਹੁੰਦੀ ਹੈ, ਇਹਨੂੰ ਸਮਝਾਉਣ ਲਈ ਮੈਂ ਤੁਹਾਨੂੰ ਇੱਧਰ ਇੱਕ ਐਗਜ਼ਾਮਪਲ ਦਿੰਦਾ। ਸਪੋਜ਼ ਤੁਹਾਡੇ ਕੋਲ -2 ਕੂਲਮ ਐਂਡ ਸਮਝਦੇ ਜਾਣਾ ਰਾਜੇ +2 ਕੂਲਮ ਦਾ ਇੱਕ ਇਲੈਕਟ੍ਰਿਕ ਡਾਈਪੋਲ ਹੈ। ਦੋਨਾਂ ਦੇ ਵਿੱਚ ਜਿਹੜਾ ਡਿਸਟੈਂਸ ਹੈਗਾ, ਸਪੋਜ਼ ਮੈਂ ਕਹਿ ਦਿੰਦਾ ਉਹ 15 ਮੀਟਰ ਹੈਗਾ। ठीक है, तो एक समझते जाना एक इलेक्ट्रिक डाइपोल है जिसके विच दोनों चार्जेस -2 एंड +2 कूलम है, डिस्टेंस 15 मीटर है। तो इधर P की वैल्यू की होएगी, Q इंटू 2A, चार्ज कितना 2, डिस्टेंस इज 15, एक ना गया 13 कूलम मीटर। हुण समझना अपने को एक इलेक्ट्रिक डाइपोल हैगा जिसकी वैल्यू कितनी हैगी डाइपोल मोमेंट की 30 कूलम मीटर। बट हुण इत्थे आपां तुहानूं मैं जिहड़ी इत्थे चीज दसना चाहुंदा है, तुसीं की करो P भी लिखो, Q भी लिखो, 2 भी लिखो, समझाने लई है जस्ट एज एग्जांपल। आपां डेफिनेशन इधर लिखांगे, P की वैल्यू कितनी आपां कैलकुलेट कीती है 30, चार्ज कितना है 2, डिस्टेंस कितना है 50। ਇਹਦਾ मतलब ਇਹ ਇੱਕ अगर आप 30 कूलम मीटर का कोई डाइपोल बनाना है तो किवें बनाया जा सकता है, 2 कूलम के दोनों चार्जेस लिख दो, दोनों के विच डिस्टेंस 15 रख दो, तो एक इलैक्ट्रिक डाइपोल बन गया। बट ये इलैक्ट्रिक डाइपोल दे विच आपां एक होर चेंज भी कर सकते हैं। मैं चाहुंदा आंसर का तो 30 ही रहे, डाइपोल मूवमेंट सेम रहे, बट इहदे विच चेंज आ जाए। तुसीं की करो, थोड़ा चार्ज नूं इंक्रीज कर दो, चार्ज नूं की कर दो 2 की बजाय 3 कर दो। हुण जे दोनों 3 करते, जे चार्ज वधा दिता, डाइपोल मूवमेंट सेम रखनी है, तो डिस्टेंस की करना पेगा, घटाना पेगा, डिक्रीज करना पेगा। 15 इंटू 2 30, हुण इधर तुहानूं कितना डिस्टेंस करना पेगा मैनूं दसो 10 मीटर। तो ਇਹਦਾ मतलब 30 कूलम मीटर ਦੇ ਕਿੰਨੇ ਇਲੈਕਟ੍ਰਿਕ ਡਾਈਪੋਲ ਬਣਾ ਲਏ ਆਪਾਂ, 2। ਇੱਕ ਤਾਂ -2 + 2 ਕੂਲਮ ਨਾਲ ਵੀ ਬਣਾ ਸਕਦੇ ਆ, ਇੱਕ -3 + 3 ਕੂਲਮ ਨਾਲ ਵੀ ਬਣਾ ਸਕਦੇ ਆ, ਬਟ ਡਿਸਟੈਂਸ ਆਪਾਂ ਥੋੜਾ ਜਿਹਾ ਕੀ ਕਰਤਾ, ਘਟਾ ਦਿੱਤਾ। ਹੁਣ ਅਗਰ ਆਪਾਂ 30 ਦਾ ਹੋਰ ਵੀ ਬਣਾਉਣਾ ਹੋਵੇ, ਤੁਸੀਂ ਕਹੋਗੇ ਤਾਂ ਬਹੁਤ ਸਾਰੇ ਪੋਸੀਬਲ ਹੈ। ਚਲੋ मैं 3 ਦੀ ਬਜਾਏ ਇੱਧਰ ਮੈਂ 5 ਕਰ ਦਿੰਦਾ। अगर इन्हां दा चार्जेस मान लो हुण इधर जेडे 5 कर दिए आपां, मान लो देखो -5 कूलम + 5 कूलम। मैं चाहना डाइपोल मूवमेंट ओदे वांग ही रहे, जे चार्जेस इंक्रीज करते, डिस्टेंस 30 रखने लई मैं दसो इधर 15 सी, तो इधर कितना करना पैना मैं दसो 6। तो देखो 6 मीटर का एक होर डाइपोल बन गया। सिमिलरली फिर करते तुसीं वधांदे जाओ, करते करते तुसीं की करो, चार्जेस नूं 30 कर दो। जे 30 कर दोगे चार्जेस नूं, तो डिस्टेंस कितना करना पैना है 1 मीटर। ये तो फिर भी नहीं, होर भी आपां चेंज कर सकते हैं। इसनूं 60 कर दो, डिस्टेंस नूं हाफ कर दो, डिस्टेंस नूं हाफ कर दो, तां भी आंसर क्या होगा 30 कूलम मीटर। मेरे कहने का की मतलब है कि 30 कूलम मीटर दे बहुत सारे इलैक्ट्रिक डाइपोल बनाए जा सकते हैं, जिसके विच चार्ज की वैल्यू चेंज होती जाऊगी, तो डिस्टेंस की वैल्यू भी चेंज होती जाऊ। जे चार्ज की वैल्यू तुसीं वधांदे जाओगे, चार्ज की वैल्यू इंक्रीज करते जाओगे, डिस्टेंस की वैल्यू की होंदी जाएगी, डिक्रीज होंदी जाएगी। हुण जिवें इत्थे आपां किन्ने डाइपोल बनाए 1 2 3 4 5, इसी तरह तुसीं इधर कर दो 120 कर दो। जे तुसीं इधर 120 करोगे तो इधर कितना करना पेगा 1/4। ਇਹ ਕਹਿੰਦਾ ਕਿ मतलब जे सेम डाइपोल मूवमेंट रखनी है तो चार्ज की वैल्यू जे ਵਧਾਉਂਦੇ जाओगे तो डिस्टेंस की वैल्यू ਘਟਾਉਂਦੇ जाओगे। चार्ज की वैल्यू देखो जिवें जिवें नेड़े आਣਗੇ, चार्ज की ਹੁੰਦੇ जा रहे हैं, ਵਧਦੇ जा रहे हैं, तो डिस्टेंस की ਹੁੰਦਾ जा रहा है, ਘਟਦਾ जा रहा है। ਹੁਣ ਇਹਨਾਂ ਸਾਰਿਆਂ ਵਿੱਚੋਂ ਆਈਡੀਅਲ ਡਾਈਪੋਲ ਜਾਂ ਸ਼ਾਰਟ ਡਾਈਪੋਲ ਉਸ ਨੂੰ ਕਿਹਾ ਜਾਊਗਾ ਜਿਸ ਡਾਈਪੋਲ ਦੇ ਵਿੱਚ डिस्टेंस की वैल्यू सब तो घट आउगी, जिस दे विच डिस्टेंस की वैल्यू की हो जाऊगी मिनिमम, ते चार्ज की वैल्यू की हो जाऊगी मैक्सिमम। ते मिनिमम डिस्टेंस
मैं बोलिया मिनिमम डिस्टेंस जीरो नहीं कह सकते तुसी, जे जीरो कहता नेगेटिव पॉजिटिव तो नाल रख देते तो कैंसल हो जाएंगे। मतलब मिनिमम डिस्टेंस होना चाहिए जिन्ना मिनिमम पॉसिबल डिस्टेंस है बट जीरो भी ना हो, ठीक है, तो कदे भी अचीव नहीं कर सकते। क्यों तुसी की कहोगे मैं डिस्टेंस कर देना 0.0000001, जीरो तो नहीं है तो दी वैल्यू, बट इनू मैं होर भी छोटा कर सकता 0.000000001 होर भी घटा सकते। कहने का की मतलब आइडियल डाइपोल किसनों कहा जाता है, इन आइडियल डाइपोल वैल्यू ऑफ P इज फिक्स्ड। आप P की वैल्यू डाइपोल मोमेंट फिक्स रखते हैं एंड मिनिमम डिस्टेंस बिटवीन टू चार्जेस is achieved। ऐसे देखो इन आइडियल डाइपोल कीपिंग वैल्यू ऑफ P इज फिक्स्ड, मिनिमम डिस्टेंस बिटवीन टू चार्जेस इज अचीव। मतलब शॉर्ट डाइपोल या आइडियल डाइपोल बना सकते नहीं, पॉसिबल ही नहीं हैगा वो प्रैक्टिकली, बट आइडियल डाइपोल ਨੂੰ ਥਿਓਰੈਟਿਕਲੀ ਕਿਸ ਨੂੰ ਮੰਨਿਆ ਜਾਏਗਾ, ਆਈਡੀਅਲ ਡਾਈਪੋਲ ਉਸ ਨੂੰ ਮੰਨਿਆ ਜਾਏਗਾ ਜਦੋਂ 2a ਦੀ ਵੈਲਿਊ डिस्टेंस ਜਿਹੜਾ ਹੋਏਗਾ ਉਸ ਦੀ ਵੈਲਿਊ ਕੀ ਆਊਗੀ मिनिमम, ठीक है, इसको कहते हैं आइडियल डाइपोल। ये समझाना जरूरी सी जे डेफिनेशन तो नहीं एग्जाम दे विच आएगी बट समझना जरूरी है। तुसीं याद रखना शॉर्ट डाइपोल आइडियल डाइपोल दे विच डिस्टेंस बहुत घट हुंदा, एवें नहीं हैगा कि कई बुक्स दे विच लिखिया है जिस डाइपोल लई डिस्टेंस घट होएगा उहनूं आइडियल डाइपोल मन्नांगे, नहीं, एक डाइपोल के बहुत सारे केसेस हो सकते हैं, उन्होंने विचों किसनूं आइडियल मन्नांगे ये हैगा। हुण 30 किलोमीटर का अलग होगा, जे मैं 40 किलोमीटर का डाइपोल ले ला उहदी कोई अलग कंडीशन आऊगी, बट वो हर केस दे विच की आऊगा जिहड़ा डिस्टेंस होना चाहिए वो की होना चाहिए मिनिमम, बट जीरो नहीं होना चाहिए। इसनूं एक बार देख लो, नोट कर लो। हाँ जी स्टूडेंट्स, हुण आपां इलैक्ट्रिक फील्ड इंटेंसिटी किसी भी डाइपोल लई एक्सियल लाइन ते भी पता कर लई, इक्वेटोरियल लाइन के उपर भी पता कर ली इलैक्ट्रिक डाइपोल लई, ते आपां ये भी देख लिया कि शॉर्ट डाइपोल किसनूं बोलते हैं। हुण इन्हां तिन्नां चीज़ां दा मैं एक मिलके एक आर्टिकल बनाना जिस दे विच आपां की करांगे एक्सियल लाइन ते इक्वेटोरियल लाइन के उपर जो इलैक्ट्रिक फील्ड हुंदी है ड्यू टू डाइपोल, आपां उन्हां विच रिलेशन फाइंड आउट करना है। एंड डाइपोल नूं भी आपां स्पैशली कह दांगे कि वो शॉर्ट डाइपोल हैगा। हुण देखो पहला मैं तुहानूं इधर थोड़ा जिहा एक्सप्लेन करदा डाइपोल वाली ना सारा जिन्ना भी आपां कीता हैगा इलैक्ट्रिक डाइपोल वो थोड़ा दोबारा समझाता। हुण इधर देखो एक इलैक्ट्रिक डाइपोल हुंदा सी माइनस क्यू एंड पॉजिटिव क्यू चार्ज, दोनों दे विच डिस्टेंस कितना हुंदा सी 2a एंड इसकी डाइपोल मूवमेंट की डायरेक्शन की हुंदी सी। देखो मैं जिहड़ियां इंपॉर्टेंट्स हैगियां उन्होंने बॉक्स विच इनक्लोज कीता है। p दी डाइपोल मूवमेंट की डायरेक्शन की हुंदी सी नेगेटिव टू पॉजिटिव, इन दैट केस इस डायरेक्शन दे विच है। हुण देखो इन्हां दे विच वाला डिस्टेंस 2a, आपां की करदे सी ए वाली किहड़ी लाइन हुंदी सी इसदी जिहड़ी इस तरह पास हुंदी सी इस दे विचों एक्सिस दे विचों पास होने वाली एक्सियल लाइन। हुण एक्सियल लाइन के ऊपर इलैक्ट्रिक फील्ड की हुंदी सी तुहानूं पता है EAX, ते ओह वाला जिहड़ा पॉइंट हुंदा सी ओह सेंटर तो कितनी दूर लेना हुंदा आपां R, ते तुहानूं ये पता ही सीगा जिवें मैं एक्सियल लाइन दे विच किहा एक्सियल लाइन के ऊपर नेट इलैक्ट्रिक फील्ड एंड डाइपोल मूवमेंट बोथ आर इन द सेम डायरेक्शन। ना देखो दोनों ए भी इधर जा रहे हैं ए भी इधर जा रहे हैं। हुण आ जाओ इक्वेटोरियल लाइन के ऊपर, इक्वेटोरियल लाइन उसका परपेंडिकुलर बाइसेक्टर हुंदा है। आ देखो वो सेंटर तो कितनी दूर हो गई R, मैं इधर एक इक्वेटोरियल पॉइंट ले लिया, तो इक्वेटोरियल लाइन ते तुहानूं पता जिहड़ी इलैक्ट्रिक फील्ड इंटेंसिटी हुंदी है वो डाइपोल मूवमेंट दे की हुंदी है ऑपोजिट हुंदी है। डाइपोल मूवमेंट हुण ध्यान रखना एक्सियल लाइन जिधर डाइपोल मूवमेंट है सेम डायरेक्शन च होगी एंड इक्वेटोरियल लाइन के ऊपर इलैक्ट्रिक फील्ड इंटेंसिटी डाइपोल मूवमेंट के ऑपोजिट डायरेक्शन दे विच होगी। जां तुसीं इत्थे ये भी कह सकते हो कि इक्वेटोरियल लाइन एंड एक्सियल लाइन के ऊपर जिहड़ियां इलैक्ट्रिक फील्ड इंटेंसिटीज हैगियां दोनों एक दूसरे दे की हुंदियां ऑपोजिट हुंदियां। एक तां ये रिलेशन बन गया। हुण इधर देखो पहला रिलेशन देखो, पहला दी वैल्यूज लिखते हैं। चलो पहला EAX लिखाओ मैनू
ਇਹ ਤੁਹਾਨੂੰ ਯਾਦ ਹੋਣਾ ਚਾਹੀਦਾ ਹੈ। EAX ਕੀ ਹੁੰਦਾ ਸੀਗਾ, K ਆਂਦਾ ਸੀ, 2 ਵੀ ਆਂਦਾ ਸੀ, P ਵੀ ਆਂਦਾ ਸੀ, R ਵੀ ਆਂਦਾ ਸੀ। ਠੀਕ ਹੈ, ਫਿਰ ਇੱਧਰ ਕੀ ਆਂਦਾ ਸੀਗਾ, R ਸਕੁਅਰ ਮਾਈਨਸ A ਸਕੁਅਰ ਦਾ ਹੋਲ ਸਕੁਅਰ। ਇਹ ਤਾਂ ਐਕਸਿਲ ਲਾਈਨ ਦੇ ਉੱਪਰ ਹੁੰਦਾ ਸੀਗਾ। ਇਕੁਆਟੋਰੀਅਲ ਲਾਈਨ ਦੇ ਉੱਪਰ ਕਿੰਨੀ ਵੈਲਿਊ ਹੁੰਦੀ ਸੀਗੀ, ਇਹ ਤੁਹਾਨੂੰ ਇਹਦੇ ਯਾਦ ਹੋਣੀਆਂ ਚਾਹੀਦੀਆਂ। K ਤਾਂ ਆਂਦਾ ਹੀ ਆਂਦਾ ਸੀ, P ਵੀ ਆਂਦਾ ਸੀਗਾ, K ਵੀ ਆਂਦਾ ਸੀ, P ਵੀ ਆਂਦਾ ਸੀ, ਤੇ ਇੱਧਰ ਕੀ ਆਂਦਾ ਸੀ, R ਸਕੁਅਰ ਪਲਸ A ਸਕੁਅਰ ਦੀ ਪਾਵਰ ਕਿੰਨੀ ਹੋ ਜਾਂਦੀ ਸੀ, 3/2। ਹੁਣ ਦੇਖੋ ਆਪਾਂ ਇੱਧਰ ਸਪੈਸ਼ਲ ਕੇਸ ਕਰਦੇ ਹਾਂ, ਜਿਸ ਤਰ੍ਹਾਂ ਫॉर ਸ਼ਾਰਟ ਡਾਈਪੋਲ। ਤੇ ਜਿਵੇਂ ਮੈਂ ਤੁਹਾਨੂੰ ਲਾਸਟ ਦੇ ਵਿੱਚ ਹੀ ਦੱਸਿਆ, ਸ਼ਾਰਟ ਡਾਈਪੋਲ ਦੇ ਵਿੱਚ ਕੀ ਹੁੰਦਾ ਹੈ, ਜਿਹੜਾ डाइपोल वाला डिस्टेंस ਹੁੰਦਾ ਹੈ, जो इलेक्ट्रिक डाइपोल ਦਾ ਦੋ ਚਾਰਜ ਜਿਸ डिस्टेंस ਨਾਲ ਸੈਪਰੇਟਡ ਹੁੰਦੇ ਆ ਬਹੁਤ ਛੋਟਾ ਹੁੰਦਾ ਹੈ, ਆਲਮੋਸਟ ਨੈਗਲੀਜੀਬਲ। ਇਹਦਾ ਮਤਲਬ a ਸਕੁਅਰ ਕੀ ਹੋਣਾ ਚਾਹੀਦਾ ਹੈ, ਲੈਸ ਦੈਨ r। a ਦੀ ਵੈਲਿਊ ਬਹੁਤ ਛੋਟੀ ਹੈ ਕੰਪੈਰੀਟਿਵਲੀ r, ਤਾਂ ਕੀ ਹੋਗਾ, a ਸਕੁਅਰ ਹੋਰ ਵੀ ਲੈਸ ਦੈਨ ਹੋ ਜਾਊਗਾ। ਜੇ ਕੋਈ ਚੀਜ਼ ਪਹਿਲੇ ਛੋਟੀ ਹੈ ਤਾਂ ਸਕੁਅਰ ਕਰਾਂਗੇ ਤਾਂ ਹੋਰ ਛੋਟੀ ਹੋ ਜਾਏਗੀ। ਠੀਕ ਹੈ, ਤਾਂ a ਸਕੁਅਰ ਕੈਨ ਬੀ ਨੈਗਲੈਕਟਡ। ਇਹ ਵਾਲੀ ਐਕਚੁਅਲ ਰਿਜ਼ਲਟ, ਇਹ ਜਿਹੜਾ ਰਿਜ਼ਲਟ ਹੋਏਗਾ ਇਹ ਬਿਲਕੁਲ ਸਹੀ ਹੈ। ਇਹਦੇ ਵਿੱਚ ਜਿਹੜਾ ਆਪਾਂ ਨੈਗਲੈਕਟ ਕਰਾਂਗੇ ਅਪਰੋਕਸੀਮੇਸ਼ਨ ਹੁੰਦੀ ਹੈ। ਠੀਕ ਹੈ, a ਸਕੁਅਰ ਨੂੰ ਨੈਗਲੈਕਟ ਕਰੋ, ਜਦੋਂ a ਸਕੁਅਰ ਨੈਗਲੈਕਟ ਹੋ ਜਾਏਗਾ, ਸੌਰੀ ਇਧਰ a ਸਕੁਅਰ ਲਿਖਣਾ ਸੀ, a ਸਕੁਅਰ ਜਦ ਨੈਗਲੈਕਟ ਹੋ ਜਾਏਗਾ ਇਹ ਕੀ ਰਹੇਗਾ, r ਸਕੁਅਰ। r ਸਕੁਅਰ ਦੀ ਪਾਵਰ ਕਿੰਨੀ ਹੋ ਜਾਏਗੀ, r4 ਹੋ ਜਾਏਗਾ। a ਸਕੁਅਰ ਨੂੰ ਤਾਂ ਨੈਗਲੈਕਟ ਕਰਤਾ ਤਾਂ r4 ਹੋ ਜਾਏਗਾ, ਇੱਕ r ਨਾਲ r ਕੈਂਸਲ ਹੋ ਜਾਊ, ਨੀਚੇ ਰਹਿ ਜਾਊ r3। ਇਹਦਾ ਮਤਲਬ ਐਕਸਿਲ ਲਾਈਨ ਦੇ ਉੱਪਰ ਇਲੈਕਟ੍ਰਿਕ ਫੀਲਡ 2p, ਸੌਰੀ k ਵੀ ਨਾਲ ਆਏਗਾ, k2pr ਕਿਊਬ ਹੁੰਦੀ ਹੈ। ਠੀਕ ਹੈ, ਸਿਮਿਲਰਲੀ ਸ਼ਾਰਟ ਡਾਈਪੋਲ ਲਈ ਇੱਧਰ ਆਪਾਂ ਜਦੋਂ ਸੇਮ ਲਗਾਵਾਂਗੇ, ਦੇਖੋ ਫॉर ਸ਼ਾਰਟ ਡਾਈਪੋਲ ਤਾਂ ਕੀ ਹੋ ਜਾਏਗਾ, a ਸਕੁਅਰ ਇੱਧਰੋਂ ਵੀ ਨੈਗਲੈਕਟ ਹੋ ਜਾਏਗਾ। ਦੇਖੋ a ਸਕੁਅਰ ਨੈਗਲੈਕਟ ਹੋ ਗਿਆ तो a स्क्वायर नेगलेक्ट हो जाएगा, 0 हो गया। r स्क्वायर की पावर कितनी है, 3/2, 2 ना 2 कैंसिल हो जाए, r की पावर कितनी चली जाएगी, 3। तो इक्वेटोरियल लाइन के ऊपर ये कितना आ जाएगा, kp r3। ਤੇ ਇਹ ਇੱਕ ਵਧੀਆ ਫਾਰਮੂਲਾ ਹੈਗਾ ਸ਼ਾਰਟ ਡਾਈਪੋਲ ਲਈ। ਆਪਾਂ ਜ਼ਿਆਦਾ ਕਰਕੇ ਸ਼ਾਰਟ ਡਾਈਪੋਲ ਵਾਲਾ ਫਾਰਮੂਲਾ ਯੂਜ਼ ਕਰਾਂਗੇ, ਇਹਨਾਂ ਨੂੰ ਧਿਆਨ ਦੇ ਵਿੱਚ ਰੱਖਣਾ। ਦੋਨੋਂ ਸੇਮ ਹੈਗੇ ਆ, ਦੇਖੋ ਇੱਧਰ ਵੀ kp ਆਂਦਾ ਹੈ, ਇੱਧਰ ਵੀ kp, ਇੱਧਰ ਵੀ kp, ਇੱਧਰ r3। ਚਲੋ ਮੈਂ ਥੋੜਾ ਜਿਹਾ ਨਾ ਥੋੜਾ ਜ਼ਿਆਦਾ ਸਿਮੈਟ੍ਰੀਕਲ ਕਰ ਦਿੰਦਾ, ਆਪਾਂ ਇਸ ਨੂੰ ਇਸ ਤਰ੍ਹਾਂ ਲਿਖ ਦਿੰਨੇ ਆ, ਜਦੋਂ ਇਹਨੂੰ ਸੋਲਵ ਕੀਤਾ ਸੀ 2 ਅੱਗੇ ਲਿਖ ਦਿੰਦਾ, kp ਸੇਮ ਹੀ ਹੈ, ਮੈਂ ਅੱਗੇ ਪਿੱਛੇ ਕਰਤਾ ਤਾਂ ਉਹਦੇ ਨਾਲ ਕੀ ਹੋ ਗਿਆ, kp ਇੱਧਰ ਹੈ, kp ਜਸਟ ਇੱਕ ਫੈਕਟਰ ਐਕਸਟਰਾ ਆ ਜਾਊਗਾ 2। ਹੁਣ ਇਹਦਾ ਮਤਲਬ ਜੇ ਆਪਾਂ ਇਧਰੋਂ ਰਿਜ਼ਲਟ ਕੱਢੀਏ, ਫਰਸਟ ਰਿਜ਼ਲਟ ਇਹਨਾਂ ਦੋਨਾਂ ਦੇ ਵਿੱਚ ਤੁਹਾਨੂੰ ਕੀ ਪਤਾ ਚੱਲ ਰਿਹਾ ਹੈ ਕਿ ਜੋ ਐਕਸਿਲ ਲਾਈਨ ਤੇ ਇਲੈਕਟ੍ਰਿਕ ਫੀਲਡ ਹੁੰਦੀ ਹੈ, ਦੇਖੋ ਫॉर ਸ਼ਾਰਟ ਡਾਈਪੋਲ, ਉਹ ਇਕੁਆਟੋਰੀਅਲ ਲਾਈਨ ਤੋਂ ਕਿੰਨੇ ਟਾਈਮਸ ਜ਼ਿਆਦਾ ਹੁੰਦੀ ਹੈ, 2 ਟਾਈਮਸ। ਦੋਨਾਂ ਨੂੰ ਡਿਵਾਈਡ ਕਰ ਲਓ ਤਾਂ ਇਹਦਾ ਮਤਲਬ ਐਕਸਿਲ ਲਾਈਨ ਦੇ ਉੱਪਰ ਇਲੈਕਟ੍ਰਿਕ ਫੀਲਡ ਹੈ ਜੋ ਉਹ ਇਕੁਆਟੋਰੀਅਲ ਲਾइन तो कितनी ज्यादा हो गई, 2 टाइम्स, क्योंकि kpr क्यों देखो 2 है। दूसरा पॉइंट, जेडी अगर इन्हें वेक्टर फॉर्म च लिखना है तो देखो किवें लिखांगे, एक्सिल लाइन 2 टाइम्स किसदी होगी, इक्वेटोरियल लाइन वाली। अगर मैं वेक्टर फॉर्म पाना है, ध्यान दिओ इधर मैनू किहड़ी चीज एक्स्ट्रा पानी पऊगी, हुण तां तुहानूं पता चल ही गया है ना, दोनों की हैगियां एक दूसरे दे ऑपोजिट, तां मैनू इधर एक एक्स्ट्रा फैक्ट लगाना पड़ेगा माइनस। ਇਹਦਾ ਮਤਲਬ ਐਕਸਿਲ ਲਾਈਨ ਦੇ ਉੱਪਰ ਜਿਹੜੀ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਹੁੰਦੀ ਹੈ ਇਕੁਆਟੋਰੀਅਲ ਲਾਈਨ ਤੋਂ ਡਬਲ ਹੁੰਦੀ ਹੈ ਫॉर ਸ਼ਾਰਟ ਡਾਈਪੋਲ, ਐਂਡ ਉਹ ਆਪੋਜ਼ਿਟ ਵੀ ਹੁੰਦੀ ਹੈ। ਇੱਕ ਵਾਰ ਇਸ ਨੂੰ ਨੋਟ ਕਰੋ, ਫਿਰ ਅੱਗੇ ਆਪਾਂ ਆਰਟੀਕਲ ਨੈਕਸਟ ਸ਼ੁਰੂ ਕਰਦੇ ਹਾਂ।